ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਨਾਲ ਅਸੀਂ ਸਾਰੇ ਇਕੱਤਰ ਹੋਏ ਹਾਂ। ਸਾਰੇ ਹੀ ਸ਼ਾਮਲ ਹੋਣ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਜਾਣਦੇ ਹੀ ਹੋ ਕਿ ਹਰ ਸੋਮਵਾਰ ਸਵਾਲ ਜਵਾਬ ਦਾ ਸੈਸ਼ਨ ਹੁੰਦਾ ਹੈ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਜੋ ਪੈਨਲ ਸਵਾਲ ਜਵਾਬ ਦੇ ਲਈ ਜਵਾਬ ਦੇਣ ਲਈ ਬਣਿਆ ਹੈ, ਉਹਨਾਂ ਵੱਲੋਂ ਜਿੰਨੀ ਕੁ ਸਮਝ ਮਾਲਕ ਨੇ ਬਖਸ਼ੀ ਹੈ ਉਸ ਅਨੁਸਾਰ ਉੱਤਰ ਜਿਹੜੇ ਹਨ ਉਹ ਦਿੱਤੇ ਜਾਂਦੇ ਹਨ। ਕਈ ਵਾਰੀ ਬਹੁਤ ਸਵਾਲ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਹੋਰ ਵਿਚਾਰ ਦੀ ਲੋੜ ਪੈਂਦੀ ਹੈ ਔਰ ਜਿਨ੍ਹਾਂ ਨੂੰ ਅਗਲੇ ਹਫ਼ਤੇ ਦੇ ਲਈ ਫਿਰ ਪੈਂਡਿੰਗ ਕਰ ਦਿੱਤਾ ਜਾਂਦਾ। ਕਾਰਨ ਹੈ ਵੀ ਉਹਨਾਂ ਦੇ ਆਪਸੀ ਵਿਚਾਰ ਪਹਿਲਾਂ ਕਰਨ ਤੋਂ ਬਾਅਦ ਹੀ ਜਿਸ ਨਿਰਣੇ ਤੇ ਪਹੁੰਚ ਕੇ ਉਹਦੇ ਜਵਾਬ ਜਿਹੜੇ ਹਨ ਉਹ ਦਿੱਤੇ ਜਾ ਸਕਣ। ਜ਼ਰੂਰੀ ਨਹੀਂ ਹੈ ਕਿ ਇਹ ਪੈਨਲ ਵੱਲੋਂ ਹਰ ਸਵਾਲ ਦਾ ਜਵਾਬ ਤੁਹਾਡੀ ਤਸੱਲੀ ਮੁਤਾਬਕ ਦਿੱਤਾ ਗਿਆ ਹੋਵੇ। ਐਸਾ ਵੀ ਹੋ ਸਕਦਾ ਹੈ ਵੀ ਸਾਡੀ ਤਸੱਲੀ ਨਾ ਹੋਵੇ, ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਔਰ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਅਨੁਸਾਰ ਜਿੰਨੀ ਕੁ ਯੁਕਤੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਉਸ ਮੁਤਾਬਕ ਹੀ ਇਹਦੇ ਜਵਾਬ ਜਿਹੜੇ ਹਨ ਉਹ ਦਿੱਤੇ ਜਾਂਦੇ ਹਨ। ਜਿਸ ਤਰ੍ਹਾਂ ਆਪ ਜੀ ਨੂੰ ਇਹ ਵੀ ਪਤਾ ਹੀ ਹੈ ਕਿ ਸਵਾਲ ਜਵਾਬ ਪੈਨਲ ਦੀ ਸਾਰੀ ਜ਼ਿੰਮੇਵਾਰੀ ਸਾਡੇ ਵੱਡੇ ਭਾਈ ਸਾਹਿਬ ਵੀ ਰਾਜਾ ਸਿੰਘ ਜੀ ਦੀ ਕੋਲ ਹੈ, ਜੋ ਸਾਰੇ ਸਵਾਲਾਂ ਨੂੰ ਤਰਤੀਬ ਦੇ ਕੇ ਪੈਨਲ ਦੇ ਸਾਰੇ ਮੈਂਬਰਾਂ ਦੇ ਵਿੱਚ ਵੰਡਦੇ ਹਨ। ਉਹਨਾਂ ਮੁਤਾਬਕ ਹੀ ਉਹਦੀ ਡਿਸਕਸ਼ਨ ਵਿਚਾਰ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤੋ ਇਹ ਸਵਾਲ ਜਵਾਬ ਪੈਨਲ ਦੀ ਸ਼ੁਰੂਆਤ ਸਰ ਰਾਜਾ ਸਿੰਘ ਜੀ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਇਹ ਸਵਾਲ ਜਵਾਬ ਜਿਹੜੇ ਹਨ ਇਸ ਸਵਾਲ ਸ਼ੁਰੂ ਕੀਤੇ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਸਵਾਗਤ ਹੈ ਜੀ। ਔਰ ਅੱਜ ਦਾ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਪੈਨਲ ਦੇ ਮੈਂਬਰ ਸਾਹਿਬਾਨ ਨੇ ਉਹ ਸੰਗਤਾਂ ਦੇ ਰੂਬਰੂ ਹੋ ਕੇ ਫਤਿਹ ਸਾਂਝੀ ਕਰਨਗੇ ਜੀ। ਤੋ ਸਾ ਹਰਜੀਤ ਸਿੰਘ ਜੀ ਨੇ ਹੁਣੇ ਫਤਿਹ ਸਾਂਝੀ ਕੀਤੀ ਹੈ। ਮੈਂ ਬੇਨਤੀ ਕਰਾਂਗਾ ਸਾ MP ਸਿੰਘ ਜੀ ਦਿੱਲੀ ਤੋਂ ਉਹ ਸੰਗਤਾਂ ਨਾਲ ਰੂਬਰੂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਤੋਂ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਤੇ ਔਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਤੋਂ। ਪ੍ਰਿੰਸੀਪਲ ਸਾਹਿਬ ਦਰਸ਼ਨ ਤੇ ਹੁਣੇ ਹੋ ਰਹੇ ਸੀਗੇ। ਚਲੋ ਜਦ ਤੱਕ ਮੈਂ ਬੇਨਤੀ ਕਰਾਂਗਾ ਸਾ ਤੇਜਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ ਫਤਿਹ ਸਾਂਝੀ ਕਰਨ ਜੀ। ਵਾਹਿਗੁਰੂ ਜੀ ਕਾ ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਗਿਆਨ ਜੀ ਤੁਹਾਡੇ ਲਾਗੇ ਨਹੀਂ ਬੈਠੇ? ਉਹ ਦੂਸਰੇ ਕਮਰੇ 'ਚ ਨੇ ਜੀ। ਉਹ ਨੇੜੇ ਹੈ ਜੀ, ਅਨਮਿਊਟ ਨਹੀਂ ਹੋ ਰਿਹਾ ਉਹਨਾਂ ਕੋਲ। ਹੋ ਗਿਆ ਜੀ, ਅਨਮਿਊਟ ਹੋ ਗਿਆ ਉਹਨਾਂ ਕੋਲ। ਅੱਛਾ ਠੀਕ ਹੈ ਜੀ। ਫਤਿਹ ਸਾਂਝੀ ਕਰੋ ਜੀ ਪ੍ਰਿੰਸੀਪਲ ਸਾਹਿਬ। ਮੁੜ ਕੇ ਮਿਊਟ ਹੋ ਗਿਆ ਜੀ ਤੁਹਾਡਾ ਮਾਈਕ, ਅਜੇ ਵੀ ਮਿਊਟ ਹੈ। ਅੱਛਾ ਇਹ ਪ੍ਰਿੰਸੀਪਲ ਸਾਹਿਬ ਦਾ। ਹਾਂਜੀ 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 ਆਵਾਜ਼ ਆਈ ਜੀ। ਹੁਣ ਆਈ ਜੀ। ਫਤਿਹ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਮਨਮੋਹਨ ਸਿੰਘ ਜੀ ਥੋੜੀ ਅਟਕ ਕੇ ਜੁਆਇਨ ਕਰਨਗੇ, तो जब तक ਅਸੀਂ ਸ਼ੁਰੂ ਕਰਾਂਗੇ ਬਾਅਦ ਵਿੱਚ ਉਹ ਵੀ ਥੋੜੀ ਦੇਰ ਤੱਕ ਜੁਆਇਨ ਕਰ ਰਹੇ ਨੇ। ਆ ਗਏ ਰੇਜੋ ਵੀ ਆ ਗਏ ਨੇ? ਕਿਸੇ ਨਿਆਣੇ ਨੂੰ ਬੁਲਾ ਲੈਣਾ। ਅੱਛਾ, ਨਹੀਂ ਮੈਨੂੰ ਉਹਨਾਂ ਤੇ ਹੁਣੇ ਗੱਲ ਆਈ ਸੀ। ਸਾਹਿਬ ਮਨਮੋਹਨ ਸਿੰਘ ਜੀ, ਸਾਹਿਬ ਮਨਮੋਹਨ ਸਿੰਘ ਜੀ ਨਹੀਂ, ਉਹਨਾਂ ਅਟਕ ਕੇ ਜੁਆਇਨ ਕਰਨਾ ਹੈ। ਉਹ ਕਹਿੰਦੇ ਸੀ ਮੈਂ 10 ਮਿੰਟ ਤੱਕ। ਜੀ ਸਾਹਿਬ ਸਿੰਘ ਜੀ ਸ਼ੁਰੂ ਕਰਦੇ ਆ ਜੀ, ਤੇ ਇਸ ਵਿੱਚ ਹੋਰ ਕੁਝ ਸਮਾਂ ਲਾਈਏ, ਆਪਾਂ ਸਿੱਧਾ ਸਵਾਲਾਂ ਵੱਲ ਚੱਲਦੇ ਹਾਂ। ਤਾਂ ਸਾਹਿਬ ਸਿੰਘ ਜਿਹੜਾ ਪਹਿਲਾ ਮੇਰਾ ਸਵਾਲ ਹੈ ਉਹ ਗੁਰਬਾਣੀ ਦੇ ਅਰਥਾਂ ਨਾਲ ਸੰਬੰਧ ਰੱਖਦਾ ਹੈ। तो असल च इस तरह है कि क्योंकि आप गाय बगैर डिस्कस करते रहने भी गुरबाणी दे वाहिगुरू जी की फतेह जी। हाँ जी, मनमोहन सिंह जी वाहिगुरू जी का खालसा वाहिगुरू जी की फतेह। स्वागत है जी। हाँ जी, तो साध संगत जी गुरबाणी दे बहुत सारे टीके हुए ने। पिछे सवाल भी आया सी, सब तो पुराना टीका जो अवेलेबल है वो प्रिंसीपल साहब ने जवाब दिता सी भी वो फरीदकोटी टीका। तो इस तरह होर भी बहुत सारे टीके ने। तो कई बार इस तरह होंगे कि कई जोड़े अर्थ ने वो टीकिया थोड़ा बहुता फर्क भी होंगे। तो पर असी जी चीज़ नेड़े तो नेड़े गुरमत के कसवटी से उतरती है वो पहुँचना। प्रोफैसर साहब सिंह का टीका काफ़ी सहायता कर रहे हैं। तो खैर मेरे कहने का मतलब ये है कि जिस वेले आप डिफरेंट टीकिया अर्थां कोई फर्क लभदा है तो जग्यासू के मन जरूर आता भी ये सही किहड़ा। तो इसलिए ये जो प्लेटफॉर्म है इत्थे आपां रल मिल के सारी संगत एक दूजे के विचार साझे करते हैं। तो पहला सवाल जो आया ये है जी, आवन 78 जान 97 होर भी उठसी मर्द का चेला। श्री गुरु ग्रंथ साहिब जी पन्ना 722 ते ये जो शब्द है श्री गुरु नानक साहब सच्चे पातशाह जी का, वो तुक है आवन 78 जान 97 होर भी उठसी मर्द का चेला। ये बेनती कर रहे हैं ज्ञानी अमृतपाल सिंह जी कि वो कृपा करके ये बारे चानना पाउण जी, ये अर्थ की ने। ये बारे प्रिंसीपल सुरेंद्र सिंह होनी गल करनगे जी। अच्छा चलो ठीक है जी। हाँ जी प्रिंसीपल साहब तुसी तुहाडी जिम्मेवारी लगी है जी। हाँ जी, हाँ जी आवाज आ गई। हाँ जी, वाहिगुरू जी का खालसा वाहिगुरू जी की फतेह जी। आवन 78 जान 97 तो की भाव है ते मर्द का चेला कौन इत्यादि सारे इस संबंध नाल विचार इस तरह है जी। बाबर दे हमले नाल संबंधित 4 शब्दां विचों राग तिलंग महला पहला गुरु नानक पातशाह दे पावन शब्द दियां तुकां हन। काया कपड़ टुक टुक होसी हिंदुस्तान संभालसी बोला। आवन 78 जान 97 और भी उठसी मर्द का चेला। सच की बाणी नानक आखै सच सुनाई सी सच की बिजला। गुरु नानक पातशाह फरमांदे ने अपने कीते कुकर्मा कारण बाबर दे हमले समय इन्हां दी भयानक कटावड़ी होवेगी, क्योंकि एमनाबाद की धरती ते सी। उत्थे भाई मरदाना जी किसे ब्याह समय प्रशादे का प्रबंध करने लई गए तो उन्होंने तौहीन की। गुरु नानक पातशाह नूं आके उन्होंने सारी उत्थों दी हालात समझाए ते जो पुरशागर्दी उस वेले समाज में चली हुई सी, ब्याह शादियां खुशियां दे मौकिਆਂ ते रब नूं भुल चुके सन लोकी। गुरु नानक पातशाह ने ਉਹ ਭਵਿੱਖਬਾਣੀ इस शब्द ਦੇ ਵਿੱਚ ਕੀਤੀ ਸੀ ਕਿ ਲੋਕ ਰੱਬ ਨੂੰ ਭੁੱਲ ਚੁੱਕੇ ਹਨ। ਸੋ ਆਪਣੇ ਕੀਤੇ ਕੁਕਰਮਾਂ ਬਦਲੇ ਬਾਬਰ ਦੇ ਹਮਲੇ ਸਮੇਂ ਇਹਨਾਂ ਦੀ ਜੋ ਭਿਆਨਕ ਕਟਾਵੜੀ ਹੋਣੀ ਹੈ, ਉਸ ਸਮੇਂ ਭਾਰਤੀ ਲੋਕ ਮੇਰੇ ਕਹੇ ਹੋਏ ਇਹ ਭਵਿੱਖ ਬਚਨਾਂ ਨੂੰ ਯਾਦ ਕਰਨਗੇ ਤੇ ਮੁਗਲ 1578 ਸਨ ਵਿੱਚ ਆਉਣਗੇ ਤੇ 97 ਵਿੱਚ ਸਤਾਹੀਣ ਹੋ ਜਾਣਗੇ, ਕਿਉਂਕਿ ਹੋਰ ਮਰਦ ਦਾ ਚੇਲਾ ਇਹਨਾਂ ਨੂੰ ਭਾਜੜ ਦੇਵੇਗਾ। ਇਹ अर्थ जड़े लगभग हर टीके ने और प्रोफेसर साहब सिंह जी ने खास करके कीते ने। ये इतिहासक सच्चाई है कि बाबर ने पहला हल्ला भारत उत्ते 1574 विच कीता ते अटक दरिया तक ही उसने मार की। दूजा हमला 1576 विच जम्मू कश्मीर ते रावी तक पहुंचा और तीजा हमला जिहड़ा है वो 1578 विच उसने कीता। हमलावर बन के आया ते 1583-84 ਦੇ ਵਿੱਚ
ਇਬਰਾਹਿਮ ਲੋਧੀ ਨੂੰ ਹਰਾ ਕੇ ਪਾਣੀਪਤ ਦੇ ਮੈਦਾਨ ਵਿੱਚ ਦਿੱਲੀ ਦੇ ਤਖਤ ਉੱਤੇ ਕਾਬਜ਼ ਹੋ ਗਿਆ ਸੀ। 1588 ਵਿੱਚ ਬਾਬਰ ਆਪ ਚਲਾਣਾ ਕਰ ਗਿਆ, ਆਪਣੇ ਪੁੱਤਰ ਹੁਮਾਯੂੰ ਨੂੰ ਗੱਦੀ ਤੇ ਬਿਠਾ ਗਿਆ ਤੇ ਆਪਣੇ ਸਕੇ ਭਰਾਵਾਂ ਦਾ ਸਹਿਯੋਗ ਨਾ ਮਿਲਣ ਕਰਕੇ ਔਰ ਆਲੇ ਦੁਆਲੇ ਬਗਾਵਤਾਂ ਹੋਣ ਕਰਕੇ ਸ਼ੇਰ ਸ਼ਾਹ ਸੂਰੀ ਨੇ 1597 ਵਿੱਚ ਹੁਮਾਯੂੰ ਨੂੰ ਹਰਾ ਕੇ ਦਿੱਲੀ ਦੇ ਤਖਤ ਉੱਤੇ ਆਪਣਾ ਕਬਜ਼ਾ ਕਰ ਲਿਆ ਸੀ। 15 ਸਾਲਾਂ ਲਈ ਮੁਗਲ ਵੰਸ਼ ਦਾ ਰਾਜ ਖਤਮ ਰਿਹਾ ਤੇ 1597 ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਇਹ ਕੀਤੀ ਹੋਈ ਪੈਸ਼ੀਨ ਗੋਈ ਸੱਚ ਸਾਬਤ ਹੋਈ ਸੀ। ਆਵਣ 78 ਜਾਣ 97, ਇਹ ਸੰਮਤ 1597 ਦੀ ਗੱਲ ਹੈ। ਇਹ ਵੱਖਰੀ ਗੱਲ ਹੈ ਕਿ ਸ਼ੇਰ ਸ਼ਾਹ ਸੂਰੀ ਦੀ ਮੌਤ ਤੇ ਮਗਰੋਂ ਉਸਦੇ ਨਾਲਾਇਕ ਜਾਨਸ਼ੀਨਾਂ ਦੀ ਨਲਾਇਕੀ ਕਰਕੇ 15 ਸਾਲ ਬਾਅਦ ਸਨ 1612 ਈਸਵੀ ਨੂੰ ਈਰਾਨ ਦੇ ਬਾਦਸ਼ਾਹ ਦੀ ਮਦਦ ਨਾਲ ਹੁਮਾਯੂੰ ਨੇ ਫਿਰ ਦਿੱਲੀ ਦੇ ਤਖਤ ਤੇ ਕਬਜ਼ਾ ਕਰ ਲਿਆ ਸੀ। ਪਰ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਇਹ ਪਹਿਲੀ ਭਵਿੱਖਬਾਣੀ ਕੀਤੀ ਸੀ ਆਵਣ 78 ਜਾਣ 97 ਕਿ ਬਾਬਰ ਖਾਨਦਾਨ ਦੇ 1578 ਵਿੱਚ ਆਣਗੇ ਤੇ 97 ਵਿੱਚ ਉਹਨਾਂ ਦਾ ਰਾਜ ਫਿਰ ਟੁੱਟੇਗਾ ਤੇ ਇਹ ਭਵਿੱਖਬਾਣੀ ਸਾਬਤ ਹੋ ਚੁੱਕੀ ਹੈ। ਮਰਦ ਕਾ ਚੇਲਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੇਰ ਸ਼ਾਹ ਸੂਰੀ ਨੂੰ ਹੀ ਮਰਦ ਕਾ ਚੇਲਾ ਸ਼ਬਦ ਵਰਤਿਆ ਹੈ। ਇਤਿਹਾਸ ਗਵਾਹ ਹੈ ਕਿ ਉਹ ਜਿੱਥੇ ਚੰਗਾ ਬਹਾਦਰ ਸੀ ਉੱਥੇ ਦੂਰਅੰਦੇਸ਼ੀ ਸਿਆਣਾ ਤੇ ਜਨਤਾ ਦੀ ਭਲਾਈ ਦਾ ਕੰਮ ਕਰਨ ਵਾਲਾ ਪ੍ਰਬੰਧਕ ਵੀ ਸੀ। ਸਾਡੇ ਸਿੱਖ ਵਿਦਵਾਨਾਂ ਨੇ ਆਪਣੀ ਆਪਣੀ ਮੱਤ ਦੇ ਮੁਤਾਬਕ ਇਸ ਸ਼ਬਦ ਦੇ ਅਰਥ ਕਰਨ ਵੇਲੇ ਵਿਦਵਾਨਾਂ ਨੇ 78 ਤੇ 97 ਦੇ ਅਰਥ ਕਿਸੇ ਨਾ ਕਿਸੇ ਹੋਰ ਸ਼ਖਸੀਅਤ ਨਾਲ ਜਾਂ ਕਿਸੇ ਹੋਰ ਵਿਅਕਤੀਆਂ ਦੇ ਨਾਲ ਜੋੜ ਦਿੱਤੇ। ਕਿਸੇ ਨੇ ਗੁਰੂ ਤੇਗ ਬਹਾਦਰ ਜੀ ਦੇ ਚੇਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਰਦ ਕਾ ਚੇਲਾ ਕਿਹਾ ਤੇ ਭਾਈ ਗੁਰਦਾਸ ਜੀ ਦੇ ਪ੍ਰਮਾਣ ਮੈਂ ਪ੍ਰਗਟਿਓ ਮਰਦ ਗੰਮੜਾ ਕਹਿ ਕੇ ਆਪਣੀ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਕਿਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ, ਕਿਸੇ ਨੇ ਬਾਬਾ ਬਘੇਲ ਸਿੰਘ ਜੀ ਜਿਨ੍ਹਾਂ ਨੇ ਦਿੱਲੀ ਦੇ ਤਖਤ ਉੱਤੇ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਚੜਾਇਆ ਤੇ ਉਹਦੇ ਨਾਲ ਜੋੜਿਆ ਹੈ। ਔਰ ਕਿਸੇ ਸਿੱਖ ਵਿਦਵਾਨਾਂ ਨੇ 1978 ਨੂੰ ਆਵਣ 78 ਜਿਹੜਾ ਹੈ ਉਹ ਸਨ 1978 ਨਾਲ, ਜਦ ਕਿ ਉੱਥੇ ਸੰਮਤ ਦੀ ਗੱਲ ਕੀਤੀ ਗਈ ਹੈ। 1978 ਨੂੰ ਨਿਰੰਕਾਰੀ ਕਾਂਡ ਨਾਲ ਆਧਾਰ ਬਣਾ ਕੇ ਬਾਬਾ ਜਰਨੈਲ ਸਿੰਘ ਨਾਲ ਇਸ ਦੀ ਪੈਸ਼ੀਨ ਗੋਈ ਦਾ ਸੰਬੰਧ ਜੋੜ ਦਿੱਤਾ ਹੈ, ਜਦ ਕਿ 1578 ਦਾ ਸੰਮਤ ਦਾ ਬਾਬਰ ਤੇ 1597 ਤੱਕ ਇਹ ਮੁਗਲ ਖਾਨਦਾਨ ਦਾ ਰਾਜ ਜਿਹੜਾ ਰਿਹਾ ਔਰ 15 ਸਾਲ ਵਾਸਤੇ ਸ਼ੇਰ ਸ਼ਾਹ ਸੂਰੀ ਨੇ ਇਹ ਉਹਨਾਂ ਨੂੰ ਤਖਤ ਤੋਂ ਕਰ ਦਿੱਤਾ ਤੇ 15 ਸਾਲ ਕਬਜ਼ਾ ਕਰਨ ਤੋਂ ਬਾਅਦ ਫਿਰ 1612 ਵਿੱਚ ਮੁਗਲ ਖਾਨਦਾਨ ਦੁਬਾਰਾ ਆ ਗਿਆ ਸੀ। ਸੋ ਕੁੱਲ ਮਿਲਾ ਕੇ ਮੈਂ ਇਸ ਬਾਰੇ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਮਹਾਨ ਵਿਦਵਾਨਾਂ ਜਿਨ੍ਹਾਂ ਦੀ ਅਗਵਾਈ ਪ੍ਰੋਫੈਸਰ ਸਾਹਿਬ ਸਿੰਘ ਜੀ ਤੇ ਡਾਕਟਰ ਮਨਮੋਹਨ ਸਿੰਘ ਜੀ ਦਾ ਵੀ ਜ਼ਿਕਰ ਕੀਤਾ ਹੈ ਕਿ ਉਹਨਾਂ ਨੇ ਇਹ ਪੈਸ਼ੀਨ ਗੋਈ 1578 ਸਨ ਤੋਂ 1597 ਤੱਕ ਬਾਬਰ ਦੀ ਆਮਦ ਅਤੇ ਸ਼ੇਰ ਸ਼ਾਹ ਸੂਰੀ ਦਾ ਦੁਬਾਰਾ ਉੱਥੋਂ ਭਾਂਜ ਦੇ ਕੇ ਕਬਜ਼ੇ ਕਰਨ ਨੂੰ ਮਰਦ ਕਾ ਚੇਲਾ ਸ਼ੇਰ ਸ਼ਾਹ ਸੂਰੀ ਨੂੰ ਕਿਹਾ ਤੇ 1597 ਤੱਕ ਦੀ ਪੈਸ਼ੀਨ ਗੋਈ ਇਹ ਸਹੀ ਸਾਬਤ ਹੋਈ ਸੀ। ਹੋਰ ਵਿਸਥਾਰ ਦੇ ਲਈ ਸਿੱਖ ਮਿਸ਼ਨਰੀ ਕਾਲਜ ਦੇ 94 ਸ਼ਬਦਾਂ ਦੀ ਵਿਆਖਿਆ ਭਾਗ 4 ਪੜ੍ਹ ਕੇ ਡਿਟੇਲ ਨਾਲ ਹੋਰ ਸਮਝ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇ ਕੋਈ ਹੋਰ ਇਹਦੇ ਵਿੱਚ ਵਾਧਾ ਕਰਨਾ ਚਾਹੇਗਾ ਤੇ ਅਸੀਂ ਉਹਦਾ ਸਵਾਗਤ ਵੀ ਕਰਾਂਗੇ ਤੇ ਆਪਣੇ ਆਪ ਨੂੰ ਵੀ ਭਾਗਸ਼ੀਲ ਸਮਝਾਂਗੇ ਕਿ ਹੋਰ ਗਿਆਨ ਪ੍ਰਾਪਤ ਹੋਇਆ ਹੈ। ਪਰ ਜੋ ਪ੍ਰਿੰਸੀਪਲ ਸਾਹਿਬ ਸਿੰਘ ਸਿੱਖ ਮਿਸ਼ਨਰੀ ਕਾਲਜ ਔਰ ਬਹੁਤੇ ਵਿਦਵਾਨਾਂ ਦਾ ਤਤ ਗੁਰਮਤ ਦੇ ਵਿਦਵਾਨਾਂ ਦਾ ਵਿਚਾਰ ਹੈ ਉਹ ਇਸੇ ਵਿਚਾਰ ਨਾਲ ਸਹਿਮਤ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ ਨੇ ਜਿੱਥੇ ਤੁਕ ਦੇ ਅਰਥ ਦੱਸੇ ਨੇ ਇਹਦਾ ਪੂਰਾ ਇਤਿਹਾਸਕ ਬੈਕਗਰਾਉਂਡ ਦੱਸ ਕੇ ਸਾਨੂੰ ਕਲੀਅਰ ਕੀਤਾ ਹੈ ਔਰ ਆਸ ਕਰਦੇ ਹਾਂ ਕਿ ਜਿਹੜਾ ਸਵਾਲ ਹੈ ਇਹ ਸੰਗਤਾਂ ਨੂੰ ਕਲੀਅਰ ਹੋ ਗਿਆ ਹੋਵੇਗਾ। ਔਰ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਹੋਰ ਟੀਕਿਆਂ 'ਚ ਜਿਸ ਤਰ੍ਹਾਂ ਹੋਰ ਪੇਸ਼ਣ ਗਈਆਂ ਜਿਹੜੀ ਕੀਤੀਆਂ ਨੇ ਉਹਨਾਂ ਨੂੰ ਨਾਲ ਕੰਪੈਰੀਟਿਵ ਉਹਨਾਂ ਨੇ ਸਾਨੂੰ ਦੱਸਿਆ। ਬਹੁਤ ਬਹੁਤ ਧੰਨਵਾਦ ਹੈ ਜੀ। ਫਿਰ ਵੀ ਕਿਸੇ ਦੇ ਮਨ 'ਚ ਕੋਈ ਆਉਂਦਾ ਹੈ ਤਾਂ ਕਿਰਪਾ ਕਰਕੇ ਆਪਣੇ ਸਵਾਲ ਜਵਾਬ ਵਿੱਚ ਭੇਜ ਸਕਦਾ। ਤਾਂ ਸਾਧ ਸੰਗਤ ਜੀ ਆਪਾਂ ਜਿਸ ਵੇਲੇ ਕੋਈ ਵੀ ਪ੍ਰੋਗਰਾਮ ਚੱਲ ਰਿਹਾ ਹੁੰਦਾ ਉਹਦੇ ਵਿੱਚ ਕਈ ਵਾਰ ਸਵਾਲ ਆਉਂਦੇ ਨੇ। ਕਈ ਵਾਰੀ ਜਿਹੜਾ ਸਾਡਾ ਗਰੁੱਪ ਚੈਟ ਹੈ
ਉੱਥੇ ਸਵਾਲ ਆ ਜਾਂਦੇ ਨੇ। ਮੈਂ ਸੰਗਤਾਂ ਨੂੰ ਬੇਨਤੀ ਵੀ ਕਰਾਂਗਾ ਕਿ ਜਦ ਵੀ ਕੋਈ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ, ਉਹ ਬੇਸ਼ੱਕ ਗਰੁੱਪ ਚੈਟ ਤੇ ਸਵਾਲ ਪਾਉਣਗੇ, ਅਸੀਂ ਕੋਸ਼ਿਸ਼ ਕਰੀ ਦੀ ਹੈ ਉਹਨੂੰ ਨਾਲ ਹੀ ਨੋਟ ਕਰ ਲਈਏ। ਤਾਂ ਪਿਛਲੇ ਦਿਨਾਂ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਦੀ ਗੱਲ ਚੱਲ ਰਹੀ ਸੀ, ਜਿਹੜਾ ਪ੍ਰਿੰਸੀਪਲ ਸਾਹਿਬ ਜੀ ਨੇ ਨਿਭਾਇਆ ਸੀ, ਤਾਂ ਉਸ ਜਿਹੜੀ ਵਿਆਖਿਆ ਹੈ ਉਸ ਵਿਸਥਾਰ ਵਿੱਚੋਂ ਵੀ ਪਰਮਪਾਲ ਸਿੰਘ ਜੀ ਕੈਲੀਫੋਰਨੀਆ ਵਾਲੇ ਅੱਜ ਅਜੇ ਜੁਆਇਨ ਤਾਂ ਨਹੀਂ ਕੀਤਾ ਉਹਨਾਂ ਨੇ ਗਰੁੱਪ ਚੈਟ ਵਿੱਚ ਸਵਾਲ ਪਾਇਆ ਸੀਗਾ ਕਿ ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵੈ। ਅਗਰ ਇਹ ਸਿਧਾਂਤ ਹੈ ਤੇ ਇਹਦੇ ਨੂੰ ਸਾਹਮਣੇ ਰੱਖ ਕੇ ਗੁਰਬਾਣੀ ਦੇ ਟੀਕਿਆਂ ਦਾ ਕੀ ਰੋਲ ਹੈ? ਟੀਕੇ ਤੋਂ ਭਾਵ ਜਿਹੜੇ ਆਪਾਂ ਗੁਰਬਾਣੀ ਦੇ ਸ਼ਬਦਾਰਥ ਹੈ, ਕਿਉਂਕਿ ਗੁਰਬਾਣੀ ਦਾ ਸ਼ਬਦਾਰਥ ਜਿਹੜਾ ਇਹ ਸਾਨੂੰ ਅਗਵਾਈ ਕਰਦਾ ਹੈ। ਪਰ ਉਹਨਾਂ ਦਾ ਜਿਹੜਾ ਸਵਾਲ ਹੈ ਕਿ ਜੇਕਰ ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵੈ ਤਾਂ ਫਿਰ ਟੀਕੇ ਦਾ ਕੀ ਰੋਲ ਹੈ? ਮੈਂ ਬੇਨਤੀ ਕਰਾਂਗਾ ਐਮਪੀ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਇੱਥੇ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਪੰਕਤੀ ਜਿਹੜੀ ਗੁਰਬਾਣੀ ਦੀ ਤੁਕ ਉਹਨਾਂ ਨੇ ਕੋਟ ਕੀਤੀ ਹੈ, ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵੈ। ਔਰ ਮੇਰੀ ਹਮੇਸ਼ਾ ਇਹ ਬੇਨਤੀ ਹੁੰਦੀ ਹੈ ਕਿ ਵੀ ਜਿੱਥੋਂ ਇੱਕ ਪੰਕਤੀ ਲਈ ਜਾਵੇ, ਕਮ ਸੇ ਕਮ ਉਸ ਸ਼ਬਦ ਦੀ ਪੂਰੇ ਜਿਹੜਾ ਕੰਟੈਕਸਟ ਹੈ ਉਹਨੂੰ ਧਿਆਨ ਵਿੱਚ ਰੱਖ ਕੇ ਹੀ ਗੱਲ ਕਰਨੀ ਚਾਹੀਦੀ ਹੈ। ਇੱਕ ਸੈਕਿੰਡ, ਫਿਰ ਮੈਂ ਸਾਹਮਣੇ ਆਪਣੇ ਸ਼ਬਦ ਪੂਰਾ ਖੋਲ ਕੇ ਫਿਰ ਮੈਂ ਗੱਲ ਆਰੰਭ ਕਰਦਾ। ਚਰਨਜੀਤ ਸਿੰਘ ਜੀ ਅਵੇਲੇਬਲ ਹੋਣ ਤੇ ਅਗਰ ਤੁਕ ਸਾਹਮਣੇ ਡਿਸਪਲੇ ਕਰਾ ਸਕਦੇ ਹੋਣ ਤੇ ਬਹੁਤ ਵਧੀਆ। ਹਾਂਜੀ, ਮੈਨੂੰ ਇੱਕ ਵਾਰੀ ਪਲੀਜ਼ ਤੁਸੀਂ ਸ਼ਬਦ ਦੁਬਾਰਾ ਰਿਪੀਟ ਕਰ ਦਿਓ। ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵੈ। ਵੈਸੇ ਪੰਨਾ 197 ਹੈ ਜੀ, ਗੌੜੀ ਮਹਿਲਾ ਪੰਜਵਾਂ। तो ये शब्द है, पहली पंक्ति है, जो प्राणी गोविंद ध्यावै पढ़िया अनपढ़िया पावै। और इस तो अगला पदा है राव दा कि साधु संग सिमर गोपाल बिन नामै झूठा धन माल। तो इन्हां दोनों पदियां तो राव दे और पहले पदे तो ये गल स्पष्ट हो जाती है कि शब्द का विशा की है, सबजैक्ट की है। शब्द का सबजैक्ट है परमात्मा के नाम की सिफत सलाह के परमात्मा के नाम तो छुट बाकी सब चीज़ां बिनसनहार हैं, झूठियां हैं, टैंपरेरी हैं। दुनियावी माया झूठी है। तो इसलिए प्रेरणा की है कि साध संगत में जुड़ के उस परम पिता परमात्मा नूं अपने चेते विच रख, अपनी याद दे विच लिया। ते जिहड़ा ये काम कर लैंदा है वो पहले पदे च गल स्पष्ट कर दी कि जो प्राणी गोविंद ध्यावै पढ़िया अनपढ़िया परमगत पावै। तो असूल की सिद्धांत की गल है कि परमात्मा की याद विच जुड़ना, उसकी याद नूं अपने हिरदे च वसाना, ते वो काम जिहड़ा करने च सफल हो जाए, वो भावें दुनियावी पढ़ाई उन्हें कीती होवे भावें ना कीती होवे। बहुता होर जिहड़ा शब्दी ज्ञान है लिटरेचर का या होर पुस्तकां का ज्ञान है उहदे कोल चाहे होवे या ना होवे, अगर जे उन्हें परमात्मा का ध्यान अपने हिरदे च टिका लिया है तो वो उच्ची आत्मक अवस्था नूं प्राप्त कर लैंदा है। वो सिद्धांत तो इतों स्पष्ट है। हुण रही गल कि बई टीकियां की की लोड़ है, सवाल यह है कि बई जिस बंदे ने भी हुण जिहड़ी राह दे विच गल आई है साधु संग सिमर गोपाल, तो वो साधु कौन है? साधु वही है जिहड़ा बंदा परमात्मा की भगती दे विच आप जुड़िया होया है ते दूसरियां नूं भी इसे काम वास्ते प्रेरणा करता है। तो जे किसी ने सच्चे गुरु की सिक्ख्या लैनी है, जो अज के जमाने के अंदर साढ़े कोल इक्को एक स्रोत है, वो है गुरु साहब की बाणी। तो असी सेहत लैके ते अपने जीवन नूं सेहत देनी है। नहीं तो ये बाणी च होर भी कई थां ते ये गल आंदी है कि इकल्ले बंदे दे अपने एफर्ट दे नाल गल नहीं बनती। जे वो सत्संगत विच जुड़ के गुरु की सिक्ख्या नूं हिरदे च धारण करे, गुरु के उपदेश की कमाई करे, तां ही वो आत्मक अवस्था नूं हासिल हो सकता है। तो वो जो गुरु की सेहत लैनी है, गुरु की शिक्षा नूं धारण करना है, ਉਹਦੇ वास्ते गुरबाणी तो सेहत लैनी तो जरूरी बनती ही है। तो गुरबाणी की सेहत लैण वास्ते सारे जिहड़े गुरमत अनुसार जिहड़े टीके हैं वो इस विच सही हुंदे हैं। तो इसलिए टीकियां का रोल तो यही है कि वो इस गुरु साहब की सिक्ख्या नूं जीवन विच अपनाउण दे विच सही हुंदे हैं। मेरे हिसाब नाल तो यही रोल है टीकियां का
ਇਹਦੇ 'ਚ ਕੋਈ ਇਤਰਾਜ਼ ਵਾਲੀ ਗੱਲ ਹੋਣੀ ਨਹੀਂ ਚਾਹੀਦੀ। ਜੋ ਸਵਾਲ ਦੀ ਟੋਨ ਹੈ ਉਹਦੇ ਤੋਂ ਇਹ ਲੱਗਦਾ ਸੀਗਾ ਕਿ ਬਈ ਜਿਵੇਂ ਕਿਹਾ ਜਾ ਰਿਹਾ ਹੈ ਵੀ ਟੀਚਿਆਂ ਦੀ ਲੋੜ ਕੀ ਹੈ। ਤਾਂ ਲੋੜ ਜ਼ਰੂਰ ਹੈ, ਕਿਉਂਕਿ ਜੋ ਗੁਰੂ ਦੀ ਸਿੱਖਿਆ ਨੂੰ ਹਿਰਦੇ 'ਚ ਵਸਾਉਣਾ ਹੈ ਤਾਂ ਉਹਦੇ ਵਿੱਚ ਟੀਕੇ ਸਹਾਇਤਾ ਹੀ ਕਰਦੇ ਹਨ, ਕੋਈ ਵਾਧਾ ਜਾਂ ਕੋਈ ਉਹਦੇ 'ਚ ਰੁਕਾਵਟ ਨਹੀਂ ਪਾਉਂਦੇ। ਉਹ ਇਤਨੀ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਨੇ ਦੱਸਿਆ ਹੈ, ਔਰ ਅੱਗੇ ਵੀ ਪਿਛਲੀ ਵਾਰੀ ਕਿਸੇ ਹੋਰ ਰੈਫਰੈਂਸ ਦੇ ਵਿੱਚ ਹੀ MPC ਜੀ ਨੇ ਦੱਸਿਆ ਸੀ ਕਿ ਜਿਤਨਾ ਚਿਰ ਪੂਰਾ ਸ਼ਬਦ ਨਾ ਪੜ੍ਹਿਆ ਜਾਏ, ਕਿਰਪਾ ਕਰਕੇ ਜੇ ਕਿਸੇ ਨੂੰ ਕਿਸੇ ਤੁਕ ਬਾਰੇ ਇਹੋ ਜਿਹੀ ਗੱਲ ਆਉਂਦੀ ਹੈ, ਆਉਣੀ ਸਹਿਬਨ ਹੈ, ਆਉਣ 'ਚ ਕੋਈ ਮਾੜੀ ਨਹੀਂ ਗੱਲ ਹੈ, ਪਰ ਉਹ ਕਿਰਪਾ ਕਰਕੇ ਸਾਰਾ ਸ਼ਬਦ ਔਰ ਰਹਾਉ ਦੀ ਤੁਕ ਜੇ ਉਹਦੇ 'ਚ ਹੈ ਤਾਂ ਉਹਨੂੰ ਪੂਰੀ ਟੇਕ ਲੈ ਕੇ ਫਿਰ ਦੇਖਿਆ ਜਾਏ, ਕਿਉਂਕਿ ਜਿੰਨਾ ਚਿਰ ਰੈਫਰੈਂਸ ਟੂ ਦੀ ਕੰਟੈਕਸਟ ਨਹੀਂ ਹੁੰਦਾ ਗੱਲ ਨਹੀਂ ਬਣਦੀ। ਤੋ ਇਸ ਕਰਕੇ ਵਿੱਚੋਂ ਕੋਈ ਇੱਕ ਤੁਕ ਚੁੱਕ ਕੇ ਅਗਰ ਆਪਾਂ ਲੈ ਜਾਾਂਗੇ, ਜਿਵੇਂ ਅੱਜ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਚੱਲ ਰਹੀਆਂ ਵੀ ਕੋਈ ਇੱਕ ਗੱਲ ਲਈ ਤੇ ਉਹਨੂੰ ਉਹ ਵਿਸ਼ਾ ਬਣਾ ਲਿਆ। ਸੋ ਇਹ ਨਹੀਂ ਹੈ। ਗੁਰਬਾਣੀ ਨੂੰ ਸਮਝਣ ਲਈ ਮਹਾਰਾਜ ਦੇ ਆਪਣਾ ਹੁਕਮ ਹੈ ਕਿ ਸਤਿਗੁਰੂ ਨੂੰ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਸੋ ਸ਼ਬਦ ਦੀ ਵਿਚਾਰ ਭਾਵ ਸ਼ਬਦ ਨੂੰ ਸਮਝਣਾ ਬੜਾ ਜ਼ਰੂਰੀ ਹੈ। ਤੇ ਜੇ ਸ਼ਬਦ ਨੂੰ ਸਮਝਣਾ ਤੇ ਫਿਰ ਸਾਨੂੰ ਟੀਕੇ ਦੀ ਤਾਂ ਲੋੜ ਪੈਣੀ ਹੈ, ਕਿਉਂਕਿ ਹਰ ਬੰਦਾ ਜਿਹੜਾ ਉਹ ਇਹਨਾਂ ਆਪਣੇ ਆਪ ਵਿਦਵਾਨ ਨਹੀਂ, ਕਿਉਂਕਿ ਜਿਹੜੇ ਵਿਦਵਾਨ ਵੀ ਨੇ ਉਹਨਾਂ ਨੇ ਵੀ ਆਪਣੇ ਉਸਤਾਦਾਂ ਤੋਂ ਔਰ ਹੋਰ ਜਿਹੜੇ ਬਾਕੀ ਲਿਖਤਾਂ ਤੋਂ ਉਹਨਾਂ ਤੋਂ ਪੜ੍ਹ ਕੇ ਹੀ ਆਪਾਂ ਵਿਦਵਤਾ ਲੈ ਸਕਦੇ ਹਾਂ। ਤਾਂ ਗਾਈਡੈਂਸ ਬੜੀ ਜ਼ਰੂਰੀ ਹੁੰਦੀ ਹੈ। ਤਾਂ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ, ਪੂਰਾ ਸ਼ਬਦ ਪੜ੍ਹੀਏ ਔਰ ਟੀਕੇ ਦੀ ਜ਼ਰੂਰਤ ਬਿਲਕੁਲ ਹੈ। ਇਹ ਕਹਿਣਾ ਵੀ ਟੀਕੇ ਦੀ ਜ਼ਰੂਰਤ ਹੀ ਨਹੀਂ ਹੈ, ਅਸਲ 'ਚ ਉਹ ਜਿਹੜੀ ਤੁਕ ਹੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਵੀਰ ਜੀ ਨੇ ਦੱਸਿਆ ਉਹਦਾ ਪੂਰਾ ਜਿਹੜਾ ਕੰਟੈਕਸਟ ਹੈ ਉਹ ਕਿਰਪਾ ਕਰਕੇ ਦੇਖਿਆ ਜਾਏ। ਧੰਨਵਾਦ MP ਸਿੰਘ ਜੀ ਦਾ। ਆਓ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਸੋ ਸਾਧ ਸਿੰਘ ਜੀ, ਪਿੱਛੇ ਵੀ ਇਹੋ ਜਿਹੇ ਸਵਾਲ ਆਉਂਦੇ ਨੇ ਔਰ ਆਉਂਦੇ ਰਹਿਣਗੇ। ਉਹਦਾ ਕਾਰਨ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਵਿਸ਼ਾਲ ਸਮੁੰਦਰ ਹੈ। ਇਹਦੇ 'ਚ ਆਪਾਂ ਜੋ ਕੁਝ ਦੇਖੀ ਜਾਂਦੇ ਹਾਂ ਓਨਾ ਹੀ ਥੋੜ੍ਹਾ। ਤਾਂ ਜਿੰਨੀ ਖੋਜ ਕੀਤੀ ਜਾਏ ਉਹ ਜ਼ਰੂਰੀ ਹੈ। ਔਰ ਜਿਨ੍ਹਾਂ ਦੇ ਮਨ ਵਿੱਚ ਇਹ ਕੁਐਸਟ ਹੁੰਦੀ ਹੈ, ਜਿਗਿਆਸਾ ਹੁੰਦੀ ਹੈ, ਉਹ ਬਾਣੀ ਨੂੰ ਚੰਗੀ ਤਰ੍ਹਾਂ ਘੋਖ ਕੇ ਪੜ੍ਹਨ ਦਾ ਯਤਨ ਕਰਦੇ ਨੇ। ਇੱਕ ਬੜਾ ਉਹ ਵਧੀਆ ਕਦਮ ਹੈ। ਤਾਂ ਉਹਦੇ ਵਿੱਚ ਜਿਸ ਵੇਲੇ ਕੋਈ ਡਾਊਟ ਪੈਦਾ ਹੁੰਦਾ ਹੈ ਜਾਂ ਆਪਣੇ ਆਪ ਸਮਝ ਨਹੀਂ ਆਉਂਦੀ ਤਾਂ ਫਿਰ ਉਹਦਾ ਸਵਾਲ ਬਣ ਕੇ ਸਾਹਮਣੇ ਹੁੰਦਾ ਹੈ। ਅੱਜ ਦਾ ਸਵਾਲ ਜਿਹੜਾ ਹੈ ਇਹ ਸਰ ਜਗਦੇਵ ਸਿੰਘ ਜੀ ਲੁਧਿਆਣਾ ਤੋਂ, ਉਹਨਾਂ ਨੇ ਇਹ ਆਖਿਆ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਨਾ 1409 1409, ਮੈਂ ਚਰਨਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਵੀ ਕਿਰਪਾ ਕਰਕੇ 1409 ਪੰਨਾ ਜਿਹੜਾ ਉਹ ਸਾਹਮਣੇ ਲੈ ਆਉਣ ਤੋਂ ਡਿਸਪਲੇ ਕਰ ਦੇਣ। ਤਾਂ ਗਿਆਨੀ ਜੀ ਨੂੰ ਬੇਨਤੀ ਹੈ ਕਿ 1409 ਪੰਨੇ ਤੇ ਅੰਕ ਆਏ ਨੇ, ਉਹ ਤਕਰੀਬਨ ਵੈਸੇ 3 ਅੰਕ ਤੇ ਸਾਰੇ ਤੇ ਆਉਂਦੇ ਨੇ, ਜਿਵੇਂ ਪਹਿਲੇ ਕਿੰਨੇ ਪੈਰਾਗ੍ਰਾਫ ਨੇ ਔਰ ਕਿੰਨਾ ਸ਼ਬਦ ਹੈ ਔਰ ਟੋਟਲ ਪ੍ਰੋਗਰੈਸਿਵ ਟੋਟਲ ਉਸ ਰਾਗ ਵਿੱਚ ਬਾਕੀ ਗੁਰੂਆਂ ਦਾ ਮਿਲਾ ਕੇ ਕੀ ਹੈ। ਪਰ ਇਸ ਪਰਟੀਕੂਲਰ ਪੇਜ ਤੇ 10 ਅੰਕ ਹੈਗੇ ਨੇ। ਤਾਂ ਉਹ ਮੈਂ ਚਰਨਜੀਤ ਸਿੰਘ ਨੂੰ ਬੇਨਤੀ ਕਰਾਂਗਾ ਵੀ ਡਿਸਪਲੇ ਕਰ ਦੇਣ ਔਰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਕਿਰਪਾ ਕਰਕੇ ਇਹਦਾ ਸਾਨੂੰ ਸਮਝਾਓ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਤੇ ਅੰਤ ਤੇ ਜਾ ਕੇ ਹੋਰ ਅੱਗੇ ਲੈ ਜਾਓ ਜੀ, ਜਿੱਥੇ ਸ਼ਬਦਾਂ ਦਾ ਟੋਟਲ ਹੈ। ਸਵਈਏ ਸਮਾਪਤ ਹੁੰਦੇ ਨੇ। ਇਹ ਆ ਗਿਆ, ਇਹ ਲਾਸਟ। ਹਾਂਜੀ, ਕਾਟੇ ਸੋ ਭਾਵ ਤੇ ਰਾਮਦਾਸ ਜੀ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਇਹਨਾਂ ਅੰਕਾਂ ਦੇ ਬਾਰੇ ਜੋ ਕੁਝ ਖੋਜ ਸਾਹਮਣੇ ਆਈ ਹੈ, ਮੈਂ ਆਪਣੇ ਤੌਰ ਤੇ ਵੀ ਥੋੜੀ ਮਿਹਨਤ ਕੀਤੀ ਹੈ। ਤਕਰੀਬਨ ਸਾਰੀ ਬਾਣੀ ਨੂੰ ਵਿਚਾਰਦਿਆਂ ਪੜ੍ਹਦਿਆਂ ਔਰ ਸੇਵਾ ਕਰਦਿਆਂ ਤਾਂ 60 ਸਾਲ ਮੇਰੇ ਬਤੀਤ ਹੋ ਗਏ ਨੇ। ਤੇ ਹੁਣ ਮੈਂ ਫਰੀ ਹਾਂ ਵਡੇਰੀ ਉਮਰ ਹੋਣੇ ਕਰਕੇ, ਪਰ ਫਿਰ ਵੀ ਜੋ ਕੁਝ ਸੁਰਤੀ ਦੇ ਵਿੱਚ ਟਿਕਿਆ ਹੋਇਆ ਹੈ ਅਤੇ ਜੋ ਕੁਝ ਹੁਣ ਅਭਿਆਸ ਕਰੀਦਾ ਹੈ ਉਹਦੇ ਮੁਤਾਬਕ ਆਪ ਜੀ ਦੇ ਨਾਲ ਇਹਦੇ ਬਾਰੇ ਵਿਚਾਰ ਸਾਂਝੀ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਇਹ ਜਿਹੜੇ ਸਵਈਏ ਨੇ ਇੱਥੇ ਸਮਾਪਤ ਹੋ ਜਾਂਦੇ ਨੇ, ਸਾਰੇ ਸਵਈਏ ਭੱਟਾਂ ਦੇ। ਔਰ ਪਹਿਲੇ 2 ਸੰਗ੍ਰਹਿ ਹਨ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਆਪਣੇ ਉਚਾਰਨ ਕੀਤੇ ਹੋਏ ਨੇ 1385 ਪੰਨੇ ਤੋਂ। 1385 ਪੰਨੇ ਤੋਂ ਲੈ ਕਰਕੇ
ਪਹਿਲਾ ਸੰਗ੍ਰਹਿ ਜਿਹੜਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਦੂਸਰਾ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਹੀ ਸੰਗ੍ਰਹਿ ਹੈ। ਔਰ ਉਸ ਤੋਂ ਅੱਗੇ ਭੱਟਾਂ ਦੇ ਸਵਈਏ ਸ਼ੁਰੂ ਹੁੰਦੇ ਹਨ। ਤੋ ਇਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਉਸਤਤੀ ਦੇ ਵਿੱਚ ਤਿੰਨ ਭੱਟਾਂ ਨੇ ਮਹਾਰਾਜ ਜੀ ਦੀ ਵਡਿਆਈ ਕੀਤੀ ਹੈ। ਤੇ ਇਹਦੇ ਵਿੱਚ ਕੁੱਲ ਸਵਈਏ ਜਿਹੜੇ ਨੇ ਉਹ 21 ਗਿਣਤੀ ਹੈ ਉਹਨਾਂ ਦੀ। ਪਹਿਲਾ 2 ਨੰਬਰ ਜਿਹੜਾ ਹੈ ਇਹ ਤੀਸਰੇ ਭੱਟ ਬਾਬਾ ਹਰਵੰਸ ਜੀ ਦੇ 2 ਸਵਈਏ ਹਨ। ਇਹ ਉਹਨਾਂ ਦਾ ਸੰਕੇਤ ਹੈ। ਔਰ ਇਸ ਤੋਂ ਇਲਾਵਾ ਅਗਲਾ 21 ਨੰਬਰ ਸੰਕੇਤ ਜਿਹੜਾ ਹੈ ਉਹ ਇਸ ਸੰਗ੍ਰਹਿ ਦੇ ਵਿੱਚ ਜੋ ਸਾਰੇ ਸਵਈਏ ਆਏ ਹਨ ਉਹਨਾਂ ਦਾ ਨੰਬਰ ਹੈ। ਇਹ ਉਹਨਾਂ ਦੀ ਗਿਣਤੀ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਦੇ ਵਿੱਚ ਜਿਹੜੇ ਵੱਖਰੇ ਵੱਖਰੇ ਸੰਗ੍ਰਹਿ ਹਨ ਉਹਨਾਂ ਦੀ ਤਰਤੀਬ ਸਾਰੀ ਬਾਣੀ ਵਿੱਚ, ਭਾਵੇਂ ਉਹ ਗੁਰੂ ਸਾਹਿਬਾਨ ਜੀ ਦੀ ਬਾਣੀ ਹੈ ਤੇ ਭਾਵੇਂ ਭਗਤਾਂ ਦੀ ਬਾਣੀ ਹੈ, ਉਹਦੇ ਵਿੱਚ ਇਸੇ ਤਰ੍ਹਾਂ ਦੀ ਹੀ ਤਰਤੀਬ ਆਈ ਹੈ। ਜਿਸ ਸ਼ਖਸੀਅਤ ਦੀ ਬਾਣੀ ਚੱਲ ਰਹੀ ਹੈ ਉਹਨੇ ਜੋ ਕੁਛ ਉਹਦੇ ਵਿੱਚ ਉਚਾਰਨ ਕੀਤਾ ਜਾਂ ਲਿਖਤ ਕੀਤੀ ਉਹਦਾ ਨੰਬਰ ਪਹਿਲਾਂ ਆ ਜਾਂਦਾ ਹੈ। ਹੁਣ ਇੱਥੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਤੀਸਰੇ ਭੱਟ ਜਿਹੜੇ ਹਨ ਉਹ ਹਰਵੰਸ ਜੀ ਹਨ। ਇਹ ਉਹਨਾਂ ਦੇ 2 ਸਵਈਏ ਜਿਹੜੇ ਹਨ ਉਹ ਆਖਰੀ ਸਵਈਏ ਹਨ। ਇਸ ਕਰਕੇ ਪਹਿਲਾ ਅੰਕ ਜਿਹੜਾ 2 ਆਇਆ ਹੈ, ਜਿਹੜਾ ਰੀਸੈਂਟ ਉਸ ਵੇਲੇ ਤਤਕਾਲੀ ਸ਼ਖਸੀਅਤ ਹੁੰਦੀ ਹੈ ਉਹਦੀ ਉਚਾਰਨ ਕੀਤੀ ਹੋਈ ਰਚਨਾ ਦਾ ਨੰਬਰ ਪਹਿਲਾਂ ਆ ਜਾਂਦਾ ਹੈ। ਔਰ ਜਿਹੜੀ ਉਸ ਸੰਗ੍ਰਹਿ ਦੇ ਵਿੱਚ ਸਾਰੀ ਗਿਣਤੀ ਹੁੰਦੀ ਹੈ ਉਹਦਾ ਨੰਬਰ ਦੂਸਰਾ ਆ ਜਾਂਦਾ ਹੈ। ਜਿਸ ਤਰ੍ਹਾਂ ਹੁਣ ਇਹਦੇ ਵਿੱਚ 9 ਸਵਈਏ ਭੱਟ ਕਲ ਸਹਾਰ ਜੀ ਦੇ ਹਨ ਔਰ 3 ਸੋਰਠੇ ਉਹਨਾਂ ਦੇ ਹੀ ਉਚਾਰਨ ਕੀਤੇ ਹੋਏ ਹਨ। ਤੇ ਇਹ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਵਿੱਚ ਆਈ ਹੈ, 12 ਨੰਬਰ ਕਰ ਦਿੱਤੀ ਹੈ। 9 ਸਵਈਏ 3 ਸੋਰਠੇ, ਕੁੱਲ ਇਹਨਾਂ ਦੀ ਗਿਣਤੀ 12 ਹੋ ਜਾਂਦੀ ਹੈ। ਔਰ ਉਸ ਤੋਂ ਬਾਅਦ ਮਥੁਰਾ ਭੱਟ ਦੀ ਦੇ ਸਵਈਏ 7 ਹਨ। 12 ਤੇ 7 19 ਗਿਣਤੀ ਹੋਈ ਹੈ, ਉਹ ਵੀ ਉੱਥੇ ਹੀ ਲਿਖੀ ਹੋਈ ਹੈ। ਔਰ ਇਸੇ ਤਰ੍ਹਾਂ ਫਿਰ ਅੱਗੇ 2 ਸਵਈਏ ਜਿਹੜੇ ਨੇ ਉਹ ਭੱਟ ਹਰਵੰਸ ਜੀ ਦੇ ਹਨ ਤੇ ਜਿਨ੍ਹਾਂ ਦੀ ਗਿਣਤੀ ਜਿਹੜੀ ਹੈ ਉਹ ਪਹਿਲੇ ਨੰਬਰ ਤੇ 2 ਅੰਕ ਲਗਾ ਕਰਕੇ ਦਿੱਤੀ ਗਈ ਹੈ। ਤਾਂ 2 ਅੰਕ ਜਿਹੜਾ ਹੈ ਉਹ ਹਰਵੰਸ ਭੱਟ ਜੀ ਦੇ ਉਚਾਰਨ ਕੀਤੇ ਹੋਏ ਸਵਈਆਂ ਦਾ ਔਰ 21 ਨੰਬਰ ਜਿਹੜਾ ਹੈ ਉਹ ਸਮੁੱਚੇ ਇਸ ਸੰਗ੍ਰਹਿ ਦੇ ਵਿੱਚ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਉਸਤਤੀ ਵਿੱਚ 3 ਭੱਟਾਂ ਨੇ ਜਿਹੜੇ ਸਾਰੇ ਸਵਈਏ ਆਖੇ ਹਨ ਉਹ 21 ਹਨ। 21 ਨੰਬਰ ਇਸ ਕਰਕੇ ਆ ਗਿਆ। ਹੁਣ ਇਸ ਤੋਂ ਸਾਨੂੰ ਪਿੱਛੇ ਜਾਣਾ ਪਏਗਾ ਅਗਲੇ ਨੰਬਰ ਸਮਝਣ ਦੇ ਲਈ। 9 11 10 10 22 ਤੇ 60 ਔਰ ਉਸ ਤੋਂ ਅੱਗੇ 143 ਨੰਬਰ ਹੈ। ਹੁਣ 9 ਸਵਈਏ ਜਿਹੜੇ ਹਨ ਉਹ ਜਿਹੜੇ ਸ਼੍ਰੀ ਮੁਖਵਾਕ ਸਵਈਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਹਿਲੇ ਸੰਗ੍ਰਹਿ ਦੇ ਉਚਾਰਨ ਕੀਤੇ ਹਨ, ਇਹ ਉਹਨਾਂ ਦੀ ਗਿਣਤੀ ਹੈ। ਪਹਿਲੇ ਸੰਗ੍ਰਹਿ ਦੇ ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ 9 ਸਵਈਏ ਹਨ। ਇਹ ਗਿਣਤੀ ਇੱਥੇ ਦੁਬਾਰਾ ਦੇ ਦਿੱਤੀ ਗਈ ਹੈ ਸਮੁੱਚੀ ਗਿਣਤੀ ਦੱਸਣ ਦੇ ਵਾਸਤੇ। ਔਰ ਦੂਸਰੇ ਸੰਗ੍ਰਹਿ ਦੇ ਵਿੱਚ ਵੀ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਸਵਈਏ ਹਨ, ਉਹ 11 ਸਵਈਏ ਹਨ ਤੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ 20 ਬਣ ਜਾਂਦੀ ਹੈ। ਇਹ 20 ਨੂੰ ਅਲੱਗ ਯਾਦ ਰੱਖਣਾ। ਪਹਿਲੇ ਸੰਗ੍ਰਹਿ ਦੇ ਵਿੱਚ 9 ਸਵਈਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ, ਦੂਸਰੇ ਸੰਗ੍ਰਹਿ ਦੇ ਵਿੱਚ 11 ਸਵਈਏ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ, ਔਰ ਉਸ ਤੋਂ ਅੱਗੇ ਫਿਰ ਭੱਟਾਂ ਦੇ ਸਵਈਏ ਸ਼ੁਰੂ ਹੁੰਦੇ ਹਨ। ਜਿਹੜੇ ਭੱਟਾਂ ਦੇ ਸਵਈਏ ਸ਼ੁਰੂ ਹੁੰਦੇ ਹਨ ਉਹਨਾਂ ਦੇ ਵਿੱਚ ਜਿਹੜੇ ਪਹਿਲੇ ਭੱਟ ਜੀ ਦੇ ਸਵਈਏ ਹਨ ਉਹਨਾਂ ਦੀ ਗਿਣਤੀ 10 ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ੋਭਾ ਦੇ ਵਿੱਚ ਉਚਾਰਨ ਕੀਤੇ ਹੋਏ 10 ਸਵਈਏ ਭੱਟਾ ਜੀ ਦੇ ਹਨ। ਔਰ ਉਸ ਤੋਂ ਅੱਗੇ ਫਿਰ 10 ਸਵਈਏ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਵਿੱਚ ਹਨ। ਤੇ ਉਸ ਤੋਂ ਅੱਗੇ ਤੀਸਰੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਟੋਟਲ 22 ਸਵਈਏ ਹਨ। ਇਹ ਉਹਨਾਂ ਦੀ ਗਿਣਤੀ ਹੈ।
ਔਰ ਚੌਥੇ ਪਾਤਸ਼ਾਹ ਜੀ ਦੇ ਸਵਈਏ ਜਿਹੜੇ ਹਨ ਉਸਤਤੀ ਦੇ ਵਿੱਚ ਉਹ 60 ਸਵਈਏ ਹਨ। ਤੋ ਇਸ ਤਰੀਕੇ ਦੇ ਨਾਲ ਇਹ ਸਾਰੀ ਗਿਣਤੀ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਵਈਆਂ ਦੀ ਗਿਣਤੀ ਵੀ ਆ ਗਈ ਹੈ। ਔਰ ਵੱਖ-ਵੱਖ ਭੱਟ ਸਾਹਿਬਾਨ ਜੀ ਦੇ ਵੱਖ-ਵੱਖ ਗੁਰੂ ਸਾਹਿਬਾਨ ਜੀ ਦੇ ਬਾਰੇ ਵਡਿਆਈ ਕੀਤੀ ਹੋਈ ਜਿਹੜੀ ਰਚਨਾ ਹੈ ਉਹਦੀ ਵੀ ਵੱਖ-ਵੱਖ ਗਿਣਤੀ ਆ ਗਈ ਹੈ। ਤੋਂ ਪਹਿਲੇ ਜਿਹੜੇ 21 ਸਵਈਏ ਉਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਉਸਤਤੀ ਵਿੱਚ ਕਹੇ ਹਨ ਔਰ 3 ਭੱਟਾਂ ਦੇ ਕਹੇ ਹੋਏ ਹਨ। ਤੋਂ 2 ਅੰਕ ਜਿਹੜਾ ਹੈ, ਕਿਉਂਕਿ ਤਤਕਾਲੀਨ ਜਿਹੜੀ ਗਿਣਤੀ ਹੈ ਉਹ ਹਰਵੰਸ ਭੱਟ ਜੀ ਦੇ ਸਵਈਆਂ ਦੀ ਹੈ, ਉਹ 2 ਹੈ। 2 ਉਚਾਰਨ ਕੀਤੇ ਹੋਏ ਆ ਤੁਸੀਂ ਸਾਹਮਣੇ ਦੇਖ ਰਹੇ ਹੋ। ਛਤਰ ਸਿੰਘਾਸਨ ਪਿਰਥਨੀ ਗੁਰੂ ਅਰਜਨ ਕੋ ਦੇ ਆਇਓ, ਕਲ ਸਮੁੰਦਰ ਭੈਰੂ ਪ੍ਰਗਟ ਹਰ ਨਾਮੇ ਉਦਾਹਰਨ, ਬਸੇ ਸੰਤ ਜਿਸ ਰੇ ਦੇ ਦੁਖ ਦਰਿਦਰ ਨਿਵਾਰਨ। ਇਹ ਸਵਈਆ ਅਤੇ ਉਸ ਤੋਂ ਅਗਲਾ ਸਵਈਆ ਜਿਹੜਾ ਹੈ ਦੇਵਪੁਰੀ ਮੈਂ ਗਇਓ ਆ ਪਰਮੇਸ਼ਵਰ ਭਾਇਓ, ਇਹ 2 ਸਵਈਏ ਹਰਬੰਸ ਜੀ ਦੇ ਉਚਾਰਨ ਕੀਤੇ ਹਨ। ਉਹਨਾਂ ਦੀ ਗਿਣਤੀ ਪਹਿਲਾਂ ਦੇ ਦਿੱਤੀ ਗਈ ਹੈ। ਉਹ ਜਿਹੜੇ ਸਮੁੱਚੇ ਸਵਈਏ ਇਸ ਸੰਗ੍ਰਹਿ ਦੇ ਵਿੱਚ 21 ਆਏ ਹਨ, ਉਹਨਾਂ ਦੀ ਗਿਣਤੀ ਦੂਸਰੇ ਨੰਬਰ ਤੇ ਦਿੱਤੀ ਗਈ ਹੈ। ਔਰ ਫਿਰ ਸ਼ੁਰੂ ਤੋਂ ਜਿੱਥੋਂ ਇਹ ਸਵਈਏ ਸਾਰੇ ਹੀ ਸ਼ੁਰੂ ਹੋਏ ਹਨ, ਉਹਦੇ ਵਿੱਚ ਪਹਿਲੇ ਸੰਗ੍ਰਹਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਵਈਆਂ ਦੀ 9 ਗਿਣਤੀ ਹੈ। ਦੂਸਰੇ ਸੰਗ੍ਰਹਿ ਦੇ 11 ਗਿਣਤੀ ਹੈ। ਫਿਰ ਭੱਟ ਸਾਹਿਬਾਨ ਜੀ ਦੇ ਉਚਾਰਨ ਕੀਤੇ ਹੋਏ ਪਹਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਵਈਏ ਮਹਿਲੇ ਪਹਿਲੇ ਕੇ ਉਹਦਾ ਸਿਰਲੇਖ ਹੈ। ਉਹ ਸਵਈਏ ਜਿਹੜੇ ਹਨ 10 ਹਨ। ਫਿਰ ਸਵਈਏ ਮਹਿਲੇ ਦੂਜੇ ਕੇ ਉਹ ਵੀ 10 ਹਨ, ਉਹਨਾਂ ਦੀ ਗਿਣਤੀ ਹੈ। ਤੀਸਰੇ ਪਾਤਸ਼ਾਹ ਮਹਾਰਾਜ ਜੀ ਦੇ ਸਵਈਏ ਮਹਿਲੇ ਤੀਜੇ ਕੇ, ਇਹਨਾਂ ਦੀ ਸਮੁੱਚੀ ਗਿਣਤੀ 22 ਹੈ। ਇਹ ਉਹ ਨੰਬਰ ਇੱਥੇ ਦੇ ਦਿੱਤਾ ਗਿਆ। ਚੌਥੇ ਪਾਤਸ਼ਾਹ ਮਹਾਰਾਜ ਜੀ ਦੇ ਵਡਿਆਈ ਦੇ ਵਿੱਚ ਜਿਹੜੇ ਸਵਈਏ ਸਾਰੇ ਭੱਟਾਂ ਨੇ ਕਹੇ ਹਨ, ਉਹਨਾਂ ਦੀ ਗਿਣਤੀ 60 ਹੈ। ਇਸ ਤਰੀਕੇ ਦੇ ਨਾਲ ਇਹ ਸਮੁੱਚੀ ਗਿਣਤੀ ਜਿਹੜੀ ਹੈ ਆ 2 ਨੰਬਰ ਨੂੰ ਛੱਡ ਕਰਕੇ ਅੱਗੇ ਇਹ 143 ਸਵਈਏ ਬਣ ਜਾਂਦੇ ਹਨ। 20 ਸਵਈਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਔਰ 123 ਸਵਈਏ ਭੱਟ ਸਾਹਿਬਾਨ ਜੀ ਦੇ ਸਾਰੇ ਉਚਾਰਨ ਕੀਤੇ ਹੋਏ ਇੱਥੇ ਉਹਨਾਂ ਦੀ ਗਿਣਤੀ ਮੁਕੰਮਲ ਕਰ ਦਿੱਤੀ ਗਈ ਹੈ। ਇਹੋ ਹੀ ਤਰਤੀਬ ਜਿਹੜੀ ਹੈ ਸਾਰੀ ਬਾਣੀ ਦੇ ਵਿੱਚ ਰਾਗਾਂ ਦੇ ਸੰਬੰਧ ਵਿੱਚ ਰਾਗਾਂ ਦੀ ਸੰਪੂਰਨਤਾ ਦੇ ਉੱਤੇ ਦਿੱਤੀ ਗਈ ਹੈ ਔਰ ਇਸੇ ਤਰ੍ਹਾਂ ਭਗਤ ਸਾਹਿਬਾਨ ਜੀ ਦੀ ਬਾਣੀ ਦੇ ਵਿੱਚ ਵੀ ਦਿੱਤੀ ਗਈ ਹੈ। ਔਰ ਇਸੇ ਤਰ੍ਹਾਂ ਇਹ ਸਵਈਆਂ ਦੀ ਗਿਣਤੀ ਜਿਹੜੀ ਹੈ ਇਹ ਸਮਝ ਲੈਣੀ ਚਾਹੀਦੀ ਹੈ। ਤਾਂ ਇਹ ਸਮੁੱਚੀ ਜਿਹੜੀ ਸਵਈਆਂ ਦੀ ਗਿਣਤੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ 20 ਸਵਈਏ ਰਲਾ ਕਰਕੇ ਉਹ 143 ਹੋ ਜਾਂਦੀ ਹੈ। ਇਹ ਜਾਣਕਾਰੀ ਜਿਹੜੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀ ਬਾਣੀ ਦੇ ਵਿੱਚ ਤਰਤੀਬ ਦੇ ਕਰਕੇ ਸਾਨੂੰ ਕਿਸੇ ਕਿਸਮ ਦਾ ਨਾ ਭੁਲੇਖਾ ਰਹਿਣ ਦਿੱਤਾ ਹੈ, ਨਾ ਭੁਲੇਖਾ ਲੱਗਣ ਦੀ ਕੋਈ ਗੁੰਜਾਇਸ਼ ਰਹਿਣ ਦਿੱਤੀ ਹੈ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਮਹਾਰਾਜ ਜੀ ਦਾ ਪਰਉਪਕਾਰ ਹੈ ਸਾਡੇ ਉੱਤੇ, ਤਾਂ ਕਿ ਗੁਰਬਾਣੀ ਦੇ ਵਿੱਚ ਕੋਈ ਗਿਣਤੀ ਦੇ ਵਿੱਚ ਸ਼ਬਦਾਂ ਦਾ ਵਾਧਾ ਘਾਟਾ ਹੋ ਹੀ ਨਾ ਸਕੇ। ਇਹਨਾਂ ਗਿਣਤੀਆਂ ਤੋਂ ਸਾਰੀ ਪਹਿਚਾਣ ਹੋ ਜਾਂਦੀ ਹੈ। ਤਾਂ ਇਤਨੀ ਕੁ ਜਾਣਕਾਰੀ ਜਿਹੜੀ ਹੈ ਉਹ ਮੇਰੇ ਕੋਲ ਆਈ ਹੋਈ ਮੈਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਇਹਦੇ ਵਿੱਚ ਜੇ ਕੋਈ ਉਕਾਈ ਹੋਵੇ ਤੇ ਮੈਂ ਖਿਮਾ ਦਾ ਜਾਚਕ ਹਾਂ ਔਰ ਇਹਦੀ ਸੁਧਾਈ ਵਾਸਤੇ ਵੀ ਆਪ ਮੇਰੀ ਮਦਦ ਕਰ ਸਕਦੇ ਹੋ। ਸਾਰਿਆਂ ਦਾ ਧੰਨਵਾਦ। ਇਹਦੇ ਨਾਲ ਹੀ ਮੈਂ ਇੱਕ ਧੰਨਵਾਦ ਹੋਰ ਕਰਦੇ ਹਾਂ। ਸ਼ੁੱਕਰਵਾਰ ਨੂੰ ਜਿਹੜੇ ਗੁਰਮੁਖ ਪਿਆਰੇ ਯੂਨੀਵਰਸਿਟੀ ਲੁਧਿਆਣੇ ਦੇ ਆਏ ਸਨ ਸਰਬਜੀਤ ਸਿੰਘ ਹੋਣੀ, ਉਹਨਾਂ ਨੇ ਜਿਸ ਆਤਮਕ ਰਹੱਸ ਦੇ ਨਾਲ ਕਿਰਤ ਅਤੇ ਕੀਰਤੀ ਦੀ ਵਿਆਖਿਆ ਕੀਤੀ ਹੈ, ਉਹਦੇ ਨਾਲ ਮੇਰਾ ਖਿਆਲ ਹੈ ਗੁਰਬਾਣੀ ਪੜ੍ਹਨ ਵਾਲੇ ਬਾਗੋ ਬਾਗ ਸਾਰੇ ਹੋ ਗਏ ਹੋਣਗੇ। ਮੇਰਾ ਆਪਣਾ ਹੀ ਮਨ ਜਿਹੜਾ ਹੈ ਉਹ ਇਤਨਾ ਪ੍ਰਸੰਨ ਹੋਇਆ ਹੈ ਕਿ ਉਹਦੇ ਵਿੱਚੋਂ ਸਾਨੂੰ ਸਾਰੀ ਜ਼ਿੰਦਗੀ ਦੀ ਸਿਮਰਨ ਕਿਤਨੇ ਹੋਣਾ ਚਾਹੀਦਾ ਹੈ। ਸਾਡੀ ਹਰੇਕ ਕਿਰਤ ਦੇ ਵਿੱਚ ਹੀ ਸਿਮਰਨ ਸਾਡੀ ਸਹਾਇਤਾ ਕਰਦਾ ਹੈ, ਅਗਵਾਈ ਕਰਦਾ ਹੈ ਔਰ ਰਹੱਸ ਆਨੰਦ ਦਿੰਦਾ ਹੈ। ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਇਹੋ ਜਿਹੇ ਸੱਜਣਾਂ ਨੂੰ ਲਿਆਉਂਦੇ ਹੋ, ਅੱਗੋਂ ਵਾਸਤੇ ਵੀ ਲਿਆਉਣ ਦੀ ਕਿਰਪਾਲਤਾ ਕਰਨੀ ਤਾਂ ਕਿ ਅਸੀਂ ਹੋਰ ਆਨੰਦਮਈ ਇਸ ਸੁਭਾਗੇ ਸਮੇਂ ਨੂੰ ਮਾਣ ਸਕੀਏ। ਭੁੱਲ ਚੁੱਕ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਵੱਧ ਘੱਟ ਨਾ ਕਰ ਸਕੇ। ਗੁਰੂ ਸਾਹਿਬ ਜੀ ਨੇ ਲੌਕ ਸਿਸਟਮ ਲਾਇਆ। ਗਿਆਨੀ ਜੀ ਨੇ ਬਹੁਤ ਹੀ ਵਿਸਥਾਰ ਦੇ ਨਾਲ ਔਰ ਬੜੀ ਮਿਹਨਤ ਨਾਲ ਇਹ ਸਾਰੀ ਇਨਫੋਰਮੇਸ਼ਨ ਇਕੱਠੀ ਕੀਤੀ ਹੈ। ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ
ਆਮ ਵਿਆਖਿਆਕਾਰ ਜਾਂ ਕਥਾਕਾਰ ਦੇ ਵੱਸ ਦੇ ਇਹ ਗੱਲ ਨਹੀਂ ਹੈ। ਤੇ ਇਹ ਗਿਆਨੀ ਜੀ ਨੂੰ ਸਤਿਗੁਰੂ ਦੀ ਕਿਰਪਾ ਹੈ ਕਿ ਇਹਨਾਂ ਨੇ ਦੇਖੋ ਇੱਕ ਇੱਕ ਅੱਖਰ ਜਿਹੜਾ ਫਿਗਰ ਆਇਆ ਬਾਅਦ 'ਚ, ਉਹਨੇ ਇਕੱਲੇ ਇਕੱਲੇ ਦੀ ਵਿਆਖਿਆ ਕੀਤੀ ਹੈ। ਬਾਣੀ ਤਾਂ ਪੜ੍ਹਦਿਆਂ ਸਾਨੂੰ ਵੀ ਬੜਾ ਉਮਰ ਲੰਘ ਚੱਲੀ ਹੈ, ਪਰ ਇਸ ਗੱਲ ਦੀ ਸਮਝ ਨਹੀਂ ਸੀ ਆਈ ਜਿਹੜੀ ਅੱਜ ਪਈ ਹੈ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਇੱਕ ਮੈਂ ਇਹਨਾਂ ਨੂੰ ਬੇਨਤੀ ਕਰਦਾ, ਇਹਨਾਂ ਨੇ ਕਿਹਾ ਜੀ ਮੈਂ ਫ੍ਰੀ ਹੋ ਗਿਆ, ਤੁਸੀਂ ਫ੍ਰੀ ਆਪਣੇ ਹਿਸਾਬ ਨਾਲ ਹੋਏ ਹੋਗੇ, ਪਰ ਯਾਦ ਰੱਖਣਾ ਸਾਡੇ ਕਾਬੂ ਹੋ ਤੁਸੀਂ। ਜਿੱਥੇ ਸਾਡੇ ਕੋਲ ਫ੍ਰੀ ਹੋਗੇ ਫਿਰ ਗੱਲ ਕਰਿਓ, ਤੇ ਕਿਰਪਾ ਕਰਕੇ ਤੁਹਾਡੀਆਂ ਸੇਵਾਵਾਂ ਜਿਹੜੀਆਂ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਨੇ। ਇਸ ਕਰਕੇ ਤੁਸੀਂ ਘਰਦਿਆਂ ਤੋਂ ਫ੍ਰੀ ਹੋ ਜਾਂ ਕਿਤੇ ਹੋਰ ਫ੍ਰੀ ਹੋ, ਮੈਨੂੰ ਪਤਾ ਨਹੀਂ ਕੀ ਕਿਹਾ, ਪਰ ਸਾਡੇ ਵੱਲੋਂ ਕੋਈ ਫ੍ਰੀ ਨਹੀਂ। ਧੰਨਵਾਦ। ਤੋ ਆਓ ਸਾਧ ਸੰਗਤ ਜੀ, ਬਹੁਤ ਆਨੰਦ ਆਇਆ ਜਿਸ ਵੇਲੇ ਐਡੀ ਖੋਜ ਭਰਪੂਰ ਗੱਲ ਸਾਡੇ ਸਾਹਮਣੇ ਆਉਂਦੀ ਹੈ, ਤੋ ਬੜਾ ਆਨੰਦ ਆਉਂਦਾ। ਤੇ ਆਓ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਜਿਹੜਾ ਇਹ ਡਾਕਟਰ ਜਗਜੀਤ ਸਿੰਘ ਜੀ ਤੇਜੀ, ਜਿਹੜੇ ਸ਼ਿਕਾਗੋ ਤੋਂ USA ਤੋਂ ਨੇ, ਉਹ ਰੋਜ਼ਾਨਾ ਅਟੈਂਡ ਕਰਦੇ ਨੇ ਔਰ ਬੜੇ ਹੀ ਉਹਨਾਂ ਦੇ ਵੀ ਜਿਹੜੀ ਬਿਰਤੀ ਹੈ ਉਹ ਇੱਕ ਇੱਕ ਅੱਖਰ ਸੁਣ ਕੇ ਉਹਦਾ ਜ਼ਰੂਰ ਰਿਐਕਟ ਕਰਦੇ ਨੇ ਜਿੱਥੇ ਕੋਈ ਲੋੜ ਹੋਵੇ। ਬੜੀ ਚੰਗੀ ਗੱਲ, ਔਰ ਕਈਆਂ ਪੁਆਇੰਟਸ ਤੇ ਸਾਨੂੰ ਅਗਵਾਈ ਵੀ ਕਰਦੇ ਨੇ। ਉਹਨਾਂ ਦਾ ਸਵਾਲ ਹੈ ਕਿ ਮਨੁੱਖ ਲਈ ਗੁਰਬਾਣੀ ਦੀ ਸੋਝੀ ਕਿਉਂ ਜ਼ਰੂਰੀ ਹੈ। ਮਨੁੱਖ, ਮੈਂ ਰਿਪੀਟ ਕਰ ਰਿਹਾ, ਮਨੁੱਖ ਲਈ ਗੁਰਬਾਣੀ ਦੀ ਸੋਝੀ ਕਿਉਂ ਜ਼ਰੂਰੀ ਹੈ। ਇਹਦੇ ਲਈ ਮੈਂ ਬੇਨਤੀ ਕਰ ਰਿਹਾ ਸਾਂ ਹਰਜੀਤ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਹਮਣੇ ਆਉਣ ਤੇ ਇਹਦੀ ਸਾਨੂੰ ਥੋੜੀ ਵਿਆਖਿਆ ਦੱਸਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਸਲ ਵਿੱਚ ਸਿੱਖ ਦੀ ਨਹੀਂ, ਸੰਸਾਰ ਦੇ ਹਰ ਮਨੁੱਖ ਦੇ ਜੀਵਨ ਦੇ ਲਈ ਇੱਕ ਥੰਮੀ ਹੈ। ਜੇ ਥੰਮੀ ਥੱਲੋਂ ਕੱਢ ਦਿੱਤੀ ਜਾਵੇ ਤਾਂ ਛੱਤ ਟਿਕਦੀ ਨਹੀਂ ਹੈ, ਜਿਹਨੂੰ ਅਸੀਂ ਪਿੱਲਰ ਕਹਿ ਲੈਂਦੇ ਹਾਂ। ਜਿਉਂ ਮੰਦਰ ਕੋ ਥਾਮੇ ਥਮਨ ਤੇ ਗੁਰ ਕਾ ਸ਼ਬਦ ਮਨੈ ਅਸਥਮਨ। ਮਨ ਨੂੰ ਟਿਕਾਉਣ ਦੇ ਲਈ, ਮਨ ਨੂੰ ਜੋੜਨ ਦੇ ਲਈ ਗੁਰਬਾਣੀ ਦਾ ਹੋਣਾ ਜ਼ਰੂਰੀ ਹੈ। ਗੁਰਬਾਣੀ ਕਿਉਂ ਜ਼ਰੂਰੀ ਹੈ? ਸੰਸਾਰ ਦੇ ਵਿੱਚ ਜਦੋਂ ਅਸੀਂ ਨਜ਼ਰ ਮਾਰਦੇ ਹਾਂ, ਹਰ ਚੀਜ਼ ਨੂੰ ਘੜਿਆ ਜਾਂਦਾ ਹੈ। ਅਣਘੜੀ ਹੋਈ ਕੋਈ ਚੀਜ਼ ਵੀ ਜਿਹੜੀ ਹੈ ਉਹ ਪ੍ਰਵਾਨ ਨਹੀਂ ਹੁੰਦੀ। ਸਿੱਖ ਦੇ ਜੀਵਨ ਨੂੰ ਵੀ ਘੜਿਆ ਜਾਂਦਾ ਹੈ। ਅਣਘੜਿਆ ਹੋਇਆ ਜੀਵਨ ਵੀ ਕਰਤੇ ਦੇ ਘਰ ਤੇ ਪ੍ਰਵਾਨ ਨਹੀਂ ਹੁੰਦਾ। ਜੀਵਨ ਘੜਦਾ ਹੈ ਗੁਰੂ ਤੇ ਗੁਰੂ ਦਾ ਸ਼ਬਦ। ਸਾਡਾ ਗੁਰੂ ਹੈ ਗੁਰੂ ਸ਼ਬਦ, ਗੁਰਬਾਣੀ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹੂੰ। ਜਦੋਂ ਗੁਰਬਾਣੀ ਆਧਾਰ ਗੁਰਬਾਣੀ ਨਾਲ ਜੁੜ ਜਾਂਦਾ ਹੈ, ਫਿਰ ਜੀਵਨ ਦਾ ਆਸਰਾ ਗੁਰਬਾਣੀ ਬਣਦੀ ਹੈ, ਜੀਵਨ ਘੜਨਾ ਸ਼ੁਰੂ ਹੋ ਜਾਂਦਾ ਹੈ। ਦੇਖੋ, ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਲੈ ਲੈਂਦੇ ਹਾਂ। ਲੋਹੇ ਦਾ ਟੁਕੜਾ ਵੱਡਾ, ਕੀਮਤ ਉਹਦੀ ਬਹੁਤ ਹੈ, ਲੇਕਿਨ ਜਦੋਂ ਤੱਕ ਘੜੀ ਨਹੀਂ ਜਾਂਦੀ, ਲੋਹਾ ਘੜਿਆ ਨਹੀਂ ਜਾਂਦਾ, ਉਹ ਕੋਈ ਕਾਰ ਬਣਦੀ ਹੈ, ਲੋਹਾ ਘੜ ਕੇ ਬਣਦੀ ਹੈ। ਸੋਨੇ ਦੀ ਕੀਮਤ ਬਹੁਤ ਹੈ, ਲੇਕਿਨ ਸੋਨਾ ਅਣਘੜਿਆ ਹੋਇਆ ਕਦੀ ਵੀ ਕੋਈ ਗਲੇ 'ਚ ਨਹੀਂ ਪਾਉਂਦਾ। ਜਦੋਂ ਕੋਈ ਕਿਸੇ ਦਾ ਸ਼ਿੰਗਾਰ ਸੋਨਾ ਉਦੋਂ ਬਣਦਾ ਜਦੋਂ ਘੜਿਆ ਜਾਂਦਾ ਹੈ। ਘੜੀ ਹੋਈ ਚੀਜ਼ ਹੀ ਪਰਵਾਰ ਹੁੰਦੀ ਹੈ। ਇਹ ਗੱਲ ਸਾਨੂੰ ਗੁਰੂ ਸਾਹਿਬ ਜੀ, ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਸਮਝਾਈ। ਪਹਿਲੀ ਉਦਾਸੀ ਦੇ ਵੇਲੇ ਸਤਿਗੁਰੂ ਜਦੋਂ ਅਹਿਮਦਾਬਾਦ ਗਏ, ਭਾਈ ਲਾਲੋ ਦੇ ਨਾਲ ਜਾ ਕੇ ਆਵਾਜ਼ ਮਾਰੀ, ਲਾਲੋ ਕੀ ਪਿਆ ਕਰਦਾ ਹੈ? ਜੀ ਹਜ਼ੂਰ ਕਿੱਲੇ ਪਿਆ ਘੜਦਾ ਹਾਂ। ਤੇ ਸਤਿਗੁਰੂ ਜੀ ਨੇ ਅਗਲਾ ਸਵਾਲ ਕੀਤਾ, ਲਾਲੋ ਸਾਰੀ ਜ਼ਿੰਦਗੀ ਕਿੱਲੇ ਹੀ ਘੜਦਾ ਰਹੇਗਾ? ਜੀ ਹਾਂ, ਕਿੱਲੇ ਘੜਨਾ ਮੇਰੇ ਜੀਵਨ ਦੀ ਕਿਰਤ ਹੈ। ਮੇਰੇ ਬਾਪ ਦਾਦੇ ਪੜਦਾਦੇ ਇਹ ਕਿਰਤ ਕਰਦੇ ਆਏ ਹਨ। ਤੇ ਗੁਰੂ ਪਾਤਸ਼ਾਹ ਨੇ ਅਗਲਾ ਸਵਾਲ ਕਰ ਦਿੱਤਾ, ਲਾਲੋ ਕਦੀ ਮਨ ਦਾ ਕਿੱਲਾ ਵੀ ਘੜਿਆ? ਹੁਣ ਇਹ ਗੱਲ ਸਮਝ ਜਿਹੜੀ ਹੈ, ਲਾਲੋ ਕਹਿੰਦਾ, ਬਾਬਾ ਇਹ ਗੱਲ ਮੇਰੀ ਸਮਝ ਵਿੱਚ ਨਹੀਂ ਆਈ। ਲਾਲੋ ਤਾਂ ਕੀ, ਸਾਡੀ ਸਮਝ ਅੱਜ ਤੱਕ ਵੀ ਨਹੀਂ ਆਈ। ਜਿਹੜੇ ਅਸੀਂ ਧਰਮ ਦੀ ਦੁਨੀਆ 'ਚ ਵਿਚਰਨ ਵਾਲੇ ਹਾਂ, ਉਹਨਾਂ ਨੇ ਵੀ ਅਜੇ ਤੱਕ ਇਹ ਗੱਲ ਨਹੀਂ ਸਮਝੀ। ਉਹ ਪੁੱਛਿਆ ਅੱਗੇ, ਪਾਤਸ਼ਾਹ ਇਹ ਮਨ ਦਾ ਕਿੱਲਾ ਕੀ ਹੈ, ਇਹ ਕਿਵੇਂ ਘੜਿਆ ਜਾਂਦਾ ਹੈ? ਤਾਂ ਜਵਾਬ ਸੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਦੇਖ ਲਾਲੋ, ਲੱਕੜ ਦਾ ਇੱਕ ਟੁਕੜਾ ਜਿਵੇਂ ਤੂੰ ਲਿਆ, ਤੀਸਾ ਲੈ ਕੇ ਇਹਦੀਆਂ ਗੰਢਾਂ ਨੂੰ ਲਾਹੁਣਾ ਤੇ ਗੰਢਾ ਲਾ ਕੇ ਇਹਨੂੰ ਥੱਲਿਓਂ ਤਿੱਖਾ ਕਰਦਾ ਤਦ ਕਿ ਧਰਤੀ 'ਚ ਗੱਡਿਆ ਜਾ ਸਕੇ। ਅਣਘੜਿਆ ਹੋਇਆ ਲੱਕੜ ਦਾ ਟੁਕੜਾ ਧਰਤੀ 'ਚ ਗੱਡਿਆ ਨਹੀਂ ਜਾਂਦਾ। ਇਉਂ ਹੀ ਗੁਰੂ ਦਾ ਸ਼ਬਦ ਲੈ, ਆਪਣੇ ਗੁਰੂ ਸ਼ਬਦ ਤੋਂ ਕਾਮ ਦੀ, ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਹੰਕਾਰ ਦੀਆਂ ਗੰਢਾਂ ਲਾ ਤੇ ਘੜਿਆ ਹੋਇਆ ਇਹ ਜਿਹੜਾ ਤੇਰਾ ਮਨ ਹੈ, ਇਹ ਪਰਮੇਸ਼ਰ ਵਿੱਚ ਗੱਡਿਆ ਜਾ ਸਕੇ।
ਤੇ ਗੁਰਬਾਣੀ ਦੇ ਨਾਲ ਹੀ ਇਹ ਮਨ ਘੜਿਆ ਜਾਣਾ ਹੈ। ਜਿੰਨੀ ਮਰਜ਼ੀ ਸਾਡੀ ਸਿਆਣਪ ਹੋਵੇ, ਵਿਦਵਤਾ ਹੋਵੇ, ਗਿਆਨ ਹੋਵੇ, ਉਹ ਸਾਨੂੰ ਸੰਸਾਰ ਦਾ ਗਿਆਨ ਦੇ ਸਕਦਾ ਹੈ। ਨਿਰੰਕਾਰ ਦਾ ਘਰ ਦਾ ਗਿਆਨ ਜਿਹੜਾ ਹੈ ਉਹ ਗੁਰਬਾਣੀ ਨੇ ਦੇਣਾ ਹੈ। ਗੁਰਬਾਣੀ ਸਾਨੂੰ ਕੱਚੋਂ ਕੰਚਨ ਭਿਓ, ਸ਼ਬਦ ਗੁਰੂ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਪੁਣਿਓ, ਲੋਇਓ ਹੋਇਓ ਲਾਲ, ਨਦਰ ਸਤਿਗੁਰ ਜਤ ਧਾਰੈ, ਪਾਹਨ ਮਾਨਕ ਕਰੇ, ਗਿਆਨ ਗੁਰ ਕਿਹੋ ਵਿਚਾਰੇ, ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਿਆ, ਸਤਿਗੁਰ ਚਰਨ ਚਰਨ ਪਰਸਿਆ, ਸੇ ਪਛ ਪਰੇ ਸੁਰ ਨਰ ਪਿਆ। ਇਹ ਅਵਸਥਾ ਹੈ ਜਿਹੜੀ ਤਬਦੀਲੀ ਆਉਂਦੀ ਹੈ, ਚੇਂਜ ਆਉਂਦੀ ਹੈ। ਜਦੋਂ ਮਨੁੱਖ ਘੜਿਆ ਜਾਂਦਾ ਤੇ ਅਨਘੜੇ ਮਨੁੱਖ ਦੀ ਫਰਕ ਇਹ ਹੈ ਕਿ ਗੁਰਬਾਣੀ ਜੀਵਨ ਦੇ ਵਿੱਚ ਪੜ੍ਹਨੀ, ਸੁਣਨੀ, ਵਿਚਾਰਨੀ ਕਿਉਂ ਜ਼ਰੂਰੀ ਹੈ? ਉਹ ਇਸ ਵਾਸਤੇ ਕਿ ਸਾਡਾ ਜਿਹੜਾ ਜੀਵਨ ਉਹ ਘੜਿਆ ਜਾਵੇ। ਔਰ ਜੇ ਜੀਵਨ ਜਾਂਚ ਹੈ ਸਾਡੇ ਜੀਵਨ ਦੀ, ਵੇ ਆਫ ਲਾਈਫ ਸਾਨੂੰ ਸਿਖਾਉਂਦੀ ਹੈ ਅਸੀਂ ਵਿਚਰਨਾ ਕਿਵੇਂ ਹੈ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਸਾਡੀ ਜ਼ਿੰਦਗੀ ਰੋਜ਼ਾਨਾ ਕਿਵੇਂ ਬੀਤਣੀ ਚਾਹੀਦੀ ਹੈ, ਕਿਵੇਂ ਸਾਡੀ ਜੀਵਨ ਦਾ ਵਿੱਚ ਇਹ ਗੁਰਬਾਣੀ ਸਾਨੂੰ ਸੇਧ ਮਾਰਗਦਰਸ਼ਨ ਕਰਦੀ ਹੈ, ਸਾਨੂੰ ਸੇਧ ਬਖਸ਼ਦੀ ਹੈ। ਇਹ ਸਾਰਾ ਕੁਝ ਸਾਨੂੰ ਗੁਰੂ ਦਾ ਸ਼ਬਦ ਸਿਖਾਉਂਦਾ ਹੈ। ਜਦ ਤੱਕ ਅਸੀਂ ਗੁਰਬਾਣੀ ਪੜ੍ਹਾਂਗੇ ਨਹੀਂ, ਨਾ ਜੀਵਨ ਬਣੇਗਾ, ਨਾ ਜੀਵਨ ਘੜਿਆ ਜਾਏਗਾ, ਤੇ ਅਣਘੜੀ ਹੋਈ ਚੀਜ਼ ਕਦੀ ਵੀ ਕਿਤੇ ਪ੍ਰਵਾਨ ਨਹੀਂ ਹੁੰਦੀ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਗੁਰੂ ਦੇ ਸ਼ਬਦ ਨਾਲ ਆਪਣੇ ਜੀਵਨ ਨੂੰ ਘੜੀਏ ਔਰ ਕਰਤਾਰ ਦੇ ਘਰ 'ਚ ਪ੍ਰਵਾਨ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਗੁਰਬਾਣੀ ਸਾਡੇ ਜੀਵਨ ਨੂੰ ਘੜਦੀ ਹੈ ਤੇ ਅਸਲ ਵਿੱਚ ਮਨੁੱਖ ਅਸੀਂ ਬਣਦੇ ਹੀ ਤਾਂ ਹਾਂ। ਤੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਦੱਸਿਆ, ਜੇ ਆਪਾਂ ਗੁਰਬਾਣੀ ਨਹੀਂ ਚੱਲਦੇ ਤੇ ਮਨ ਮਗਰ ਚੱਲਦੇ ਹਾਂ ਤਾਂ ਕੀ ਹੁੰਦਾ ਹੈ? ਪਾਤਸ਼ਾਹ ਕਹਿੰਦੇ ਮਨਮੁਖ ਕਰਮ ਕਰੈ ਨਹੀਂ ਬੂਝੈ, ਬਿਰਥਾ ਜਨਮ ਗਵਾਏ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ। ਤੋ ਗੁਰਬਾਣੀ ਸਾਨੂੰ ਮਾਰਗਦਰਸ਼ਕ ਹੈ, ਇਸ ਕਰਕੇ ਗੁਰਬਾਣੀ ਦੀ ਸੋਝੀ ਹਰ ਪੁਰਾਣੀ ਦੀ ਜ਼ਰੂਰਤ ਹੈ। ਧੰਨਵਾਦ ਵੀਰ ਹਰਜੀਤ ਸਿੰਘ ਜੀ, ਆਪ ਜੀ ਨੇ ਬੜਾ ਥੋੜੇ ਲਫ਼ਜ਼ਾਂ ਵਿੱਚ ਪਰ ਬੜਾ ਸੁੰਦਰ ਔਰ ਵਿਸਥਾਰ ਜਿਹੜਾ ਉਹਦਾ ਪੂਰਾ ਕਰ ਦਿੱਤਾ ਹੈ। ਤੋ ਮੈਂ ਆਸ ਕਰਦਾ ਵੀ ਜਿਨ੍ਹਾਂ ਨੇ ਸਵਾਲ ਰੱਖਿਆ ਡਾਕਟਰ ਸਾਹਿਬ ਨੇ ਉਹ ਸੁਣ ਰਹੇ ਨੇ, ਉਹਨਾਂ ਦੀ ਤਸੱਲੀ ਹੋ ਗਈ ਹੋਣੀ ਹੈ, ਨਹੀਂ ਤਾਂ ਉਹ ਆਪਣਾ ਦੁਬਾਰਾ ਵੀ ਕੁਐਸਚਨਰ ਭੇਜ ਸਕਦੇ ਨੇ। ਆਓ ਸਾਧ ਸੰਗਤ ਅਗਲੇ ਸਵਾਲ ਵੱਲ ਚੱਲਦੇ ਹਾਂ। ਜਿੱਥੇ ਆਪਾਂ ਗੁਰਬਾਣੀ ਡਿਸਕਸ ਕਰਦੇ ਹਾਂ ਉੱਥੇ ਗੁਰ ਇਤਿਹਾਸ ਵੀ ਨਾਲੋਂ ਨਾਲ ਚੱਲਦਾ, ਔਰ ਸਾਨੂੰ ਗੁਰ ਇਤਿਹਾਸ ਦੀ ਸੋਝੀ ਵੀ ਹੋਣੀ ਚਾਹੀਦੀ ਹੈ। ਇਹ ਬੜਾ ਜ਼ਰੂਰੀ ਹੈ, ਕਿਉਂਕਿ ਜਿਸ ਤਰ੍ਹਾਂ ਆਪਾਂ ਕਈ ਵਾਰ ਵਿਚਾਰਦੇ ਹਾਂ ਕਿ ਔਰ ਬਾਅਦ ਕਈ ਦੂਸਰੇ ਲਿਖਾਰੀਆਂ ਨੇ ਲਿਖਿਆ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਪਰ ਲਿਖਿਆ ਨਹੀਂ। ਤਾਂ ਬਹੁਤ ਸਾਰਾ ਇਤਿਹਾਸ ਲਿਖਿਆ ਨਹੀਂ ਗਿਆ। ਜੇ ਲਿਖਿਆ ਗਿਆ ਤਾਂ ਕਈ ਲਿਖਾਇਆ ਗਿਆ ਤਾਂ ਕਿਸੇ ਹੋਰ ਮਨਸ਼ਾ ਦੇ ਨਾਲ ਲਿਖਾਇਆ ਗਿਆ, ਜਿਸ ਕਰਕੇ ਇਤਿਹਾਸ ਦੇ ਵਿੱਚ ਕੋਈ ਨਾ ਕੋਈ ਰਲਗੜ ਆਉਂਦਾ ਰਹਿੰਦਾ ਤੇ ਸਾਡੇ ਮਨ ਵਿੱਚ 7 ਸਵਾਲ ਆਉਂਦੇ ਨੇ। ਕੁਝ ਸਵਾਲ ਸਾਨੂੰ ਵੈਸੇ ਹੁੰਦੇ ਨੇ, ਸਾਡੀ ਇਹ ਮਨ ਦੀ ਕਾਮਨਾ ਹੁੰਦੀ ਵੀ ਮੈਨੂੰ ਪਤਾ ਲੱਗੇ ਵੀ ਇਹ ਕੀ ਹੈ, ਉਹ ਕੀ ਹੈ। ਇਸੇ ਸੰਬੰਧ ਵਿੱਚ ਸਾਨੂੰ ਇੱਕ ਸਵਾਲ ਆਇਆ ਕਿ ਪੈਂਦੇ ਖਾਂ ਇਤਿਹਾਸ ਵਿੱਚ ਕਿਤਨੇ ਹੋਏ ਹਨ। ਤੋ ਮੈਂ ਬੇਨਤੀ ਕਰਾਂਗਾ ਵੀਰ ਮਨਮੋਹਨ ਸਿੰਘ ਜੀ ਨੂੰ ਵੀ ਇਹਦਾ ਕਿਰਪਾ ਕਰਕੇ ਸਾਨੂੰ ਦੱਸਣ ਕਿ ਇਤਿਹਾਸ ਵਿੱਚ ਪੈਂਦੇ ਖਾਂ ਜਿਹੜੇ ਨੇ ਉਹ ਕਿੰਨੇ ਹੋਏ ਨੇ, ਉਹਨਾਂ ਦਾ ਕਿੱਥੇ ਕਿੱਥੇ ਜ਼ਿਕਰ ਆਉਂਦਾ। ਮਨਮੋਹਨ ਸਿੰਘ ਜੀ। ਸਾਹਿਬ ਮਨਮੋਹਨ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ ਹੈ ਜੀ। ਹਾਂਜੀ, ਸਵਾਲ ਆਇਆ, ਵੀਰ ਜੀ ਨੇ ਦੱਸਿਆ ਕਿ ਪੈਂਦੇ ਖਾਨ ਜੋ ਨੇ ਉਹ ਸਿੱਖ ਇਤਿਹਾਸ ਵਿੱਚ ਕਿੰਨੇ ਹੋਏ ਹਨ। ਇਤਿਹਾਸਕ ਸਰੋਤਾਂ ਤੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਜੋ ਨੇ ਪੈਂਦੇ ਖਾਨ ਜਿਨ੍ਹਾਂ ਦਾ ਨਾਮ ਆਉਂਦਾ ਹੈ ਉਹ 2 ਹੋਏ ਹਨ। ਇੱਕ ਪੈਂਦੇ ਖਾਂ 6ਵੇਂ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਵੇਲੇ ਹੋਇਆ ਹੈ, ਜੋ ਕਿ ਧੰਨ ਗੁਰੂ 6ਵੇਂ ਪਾਤਸ਼ਾਹ ਦੇ ਕੋਲ ਬਚਪਨ ਵਿੱਚ ਆਇਆ। ਸਤਿਗੁਰੂ ਪਾਤਸ਼ਾਹ ਨੇ ਉਸ ਨੂੰ ਚੰਗੀ ਸਿੱਖਿਆ ਦੇ ਕੇ ਬੜਾ ਉੱਚ ਕੋਟੀ ਦਾ ਜੋ ਸੀ ਸੂਰਬੀਰ ਯੋਧਾ ਬਣਾਇਆ, ਜਿਸ ਨੇ ਆਪਣੇ ਉਸ ਜੋ ਹੈ ਸੂਰਬੀਰਤਾ ਦੇ ਜੋਹਰ ਜੋ ਹਨ ਉਹ ਜਦੋਂ ਦੂਜਾ ਜੰਗ ਸਤਿਗੁਰੂ ਪਾਤਸ਼ਾਹ ਦਾ ਸਮੇਂ ਦੇ ਜ਼ਾਲਮਾਂ ਨਾਲ ਹੋਇਆ ਤਾਂ ਉਹ ਅੰਮ੍ਰਿਤਸਰ ਦੇ ਯੁੱਧ ਦੇ ਵਿੱਚ ਉਸ ਪੈਂਦੇ ਖਾਨ ਨੇ ਜਦੋਂ ਬਾਜ ਤੋਂ ਲੈ ਕੇ ਸ਼ਾਹੀ ਫੌਜਾਂ ਦੇ ਨਾਲ ਜੋ ਗੁਰੂ ਪਾਤਸ਼ਾਹ ਦੇ ਸਿੱਖਾਂ ਦੀ ਤੇ ਗੁਰੂ ਪਾਤਸ਼ਾਹ ਦੀ ਇੱਕ ਝਪਟ ਜੋ ਹੈ ਹੋਈ ਹੈ, ਉਸ ਦੇ ਵਿੱਚ ਉਸ ਪੈਂਦੇ ਖਾਨ ਨੇ ਆਪਣੇ ਉਸ ਯੁੱਧ ਦੇ ਅੰਦਰ ਬਾਕੀ ਗੁਰਸਿੱਖਾਂ ਦੇ ਨਾਲ, ਜਿਵੇਂ ਭਾਈ ਬਿਧੀ ਚੰਦ ਜੀ, ਭਾਈ ਪੈੜਾ ਜੀ, ਭਾਈ ਭਾਨਾ ਜੀ
ਇਹ ਭਾਈ ਸਿੰਘਾ ਜੀ, ਭਾਈ ਜੇਠਾ ਜੀ, ਭਾਈ ਪਿਰਾਗਾ ਜੀ, ਭਾਈ ਭੀਮਾ ਜੀ, ਇਹਨਾਂ ਦੇ ਨਾਲ ਮਿਲ ਕੇ ਵੈਰੀ ਨੂੰ ਜਿਹੜੇ ਸਨ ਉਹ ਬੜੇ ਕਰਾਰੇ ਜੋ ਸਨ ਹੱਥ ਦਿਖਾਏ। ਬੜੀ ਸੂਰਬੀਰਤਾ ਤੇ ਬਹਾਦਰੀ ਦੇ ਨਾਲ ਇਹ ਉਸ ਯੁੱਧ ਦੇ ਵਿੱਚ ਜੂਝਿਆ ਸੀ। ਇਸੇ ਕਰਕੇ ਉਹ ਉਹਨਾਂ ਸੂਰਬੀਰ ਗੁਰੂ ਕੇ ਸਿੱਖਾਂ ਦੇ ਨਾਲ ਇਸ ਦਾ ਨਾਂ ਜੋ ਸੀ ਪੈਂਦੇ ਖਾਨ ਦਾ ਵੀ ਸ਼ਾਮਲ ਹੋਇਆ। ਪਰ ਇਤਿਹਾਸ ਲਿਖਦਾ ਕਿ ਬਾਅਦ ਦੇ ਵਿੱਚ ਉਹ ਜੋ ਸੀ ਗੁਰੂ ਘਰ ਦੇ ਵਾਸਤੇ ਨਿਮਕ ਹਰਾਮੀ ਉਹਨੇ ਕੀਤੀ ਅਤੇ ਫਿਰ ਚੌਥੇ ਜੰਗ ਕਰਤਾਰਪੁਰ ਦੀ ਜੰਗ ਦੇ ਵਿੱਚ ਜੋ ਸੀ ਉਹ ਗੁਰੂ ਪਾਤਸ਼ਾਹ ਦੀਆਂ ਫੌਜਾਂ ਦੇ ਵਿਰੁੱਧ ਜੋ ਸੀ ਮੁਗਲਾਂ ਵਾਲੇ ਪਾਸਿਓਂ ਲੜਨ ਵਾਸਤੇ ਆਇਆ ਅਤੇ ਉਸ ਯੁੱਧ ਦੇ ਅੰਦਰ ਸਤਿਗੁਰੂ ਪਾਤਸ਼ਾਹ ਦੇ ਜਦੋਂ ਆਮਨੇ ਸਾਹਮਣੇ ਆ ਕੇ ਪਹੁੰਚਿਆ ਹੈ ਤਾਂ ਉਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਉਸ ਨੂੰ ਜੋ ਸੀ ਆਪਣੇ ਸਾਹਮਣੇ ਜਦੋਂ ਬਿਲਕੁਲ ਆ ਕੇ ਉਸੇ ਸਤਿਗੁਰੂ ਪਾਤਸ਼ਾਹ ਨੂੰ ਵੰਗਾਰ ਲਿਆ ਤਾਂ ਇਤਿਹਾਸਕਾਰ ਅਤੇ ਇਤਿਹਾਸਕ ਵਾਲੇ ਇਹ ਗੱਲ ਦੱਸਦੇ ਨੇ ਕਿ ਉਹ ਗੁਰੂ ਪਾਤਸ਼ਾਹ ਦੇ ਸਾਹਮਣੇ ਜਦੋਂ ਆ ਕੇ ਵੰਗਾਰਦਾ ਤੇ ਸਤਿਗੁਰੂ ਪਾਤਸ਼ਾਹ ਦੇ ਵਾਰ ਦੇ ਨਾਲ ਜੋ ਸੀ ਉਸ ਦੀ ਜੋ ਸੀ ਤਲਵਾਰ ਟੁੱਟ ਗਈ। ਲੇਕਿਨ ਉਹ ਕਹਿੰਦੇ ਨੇ ਤਕੜਾ ਬਹੁਤ ਸੀ, ਜਿਸ ਕਾਰਨ ਉਹ ਇੱਕਦਮ ਘੋੜੇ ਤੋਂ ਉਤਰ ਗਿਆ ਤੇ ਆਮ ਕਰਕੇ ਮੰਨਿਆ ਜਾਂਦਾ ਸੀ, ਇਤਿਹਾਸ ਦੱਸਦਾ ਕਿ ਉਹ ਘੋੜੇ ਨੂੰ ਘੋੜਸਵਾਰ ਸਨੇ ਜੋ ਸੀ ਸੁੱਟ ਦਿੰਦਾ ਸੀ। ਉਹ ਇਸ ਕੰਮ ਵਿੱਚ ਤਾਂ ਕਾਮਯਾਬ ਨਾ ਹੋਇਆ, ਲੇਕਿਨ ਸਾਹਮਣੇ ਖੜੋ ਕੇ ਗੁਰੂ ਪਾਤਸ਼ਾਹ ਦਾ ਜੋ ਸੀ ਘੋੜਾ ਰੋਕਣ ਵਿੱਚ ਕਾਮਯਾਬ ਹੋ ਗਿਆ ਅਤੇ ਫਿਰ ਉਸਨੇ ਜਦੋਂ ਸਤਿਗੁਰੂ ਪਾਤਸ਼ਾਹ ਨੇ ਵੰਗਾਰਿਆ ਤੇ ਉੱਥੇ ਸਤਿਗੁਰੂ ਪਾਤਸ਼ਾਹ ਦੇ ਵਾਰ ਦੇ ਨਾਲ ਉਹ ਜ਼ਖਮੀ ਹੋਇਆ। ਜਿਵੇਂ ਆਮ ਕਰਕੇ ਸਤਿਗੁਰੂ ਪਾਤਸ਼ਾਹ ਦੀ ਇੱਕ ਮਹਾਨ ਸ਼ਖਸੀਅਤ ਉੱਭਰ ਕੇ ਸਾਡੇ ਸਾਹਮਣੇ ਆਉਂਦੀ ਹੈ, ਜਦੋਂ ਜ਼ਖਮੀ ਹੋ ਕੇ ਡਿੱਗਿਆ ਤਾਂ ਸਤਿਗੁਰੂ ਪਾਤਸ਼ਾਹ ਨੇ ਉਹਦੇ ਉੱਤੇ ਢਾਲ ਦੀ ਛਾਂ ਕਰਕੇ ਜਦੋਂ ਉਹਦੇ ਮੂੰਹ ਦੇ ਵਿੱਚੋਂ ਹਾਏ ਅੰਮਾ ਨਿਕਲਿਆ ਸੀ ਤੇ ਸਤਿਗੁਰਾਂ ਨੇ ਕਿਹਾ ਸੀ ਪੈਂਦੇ ਖਾਂ ਇਸ ਵੇਲੇ ਅੰਮਾ ਨੂੰ ਯਾਦ ਕਰਨ ਦਾ ਵੇਲਾ ਨਹੀਂ, ਅੱਲਾ ਨੂੰ ਯਾਦ ਕਰਨ ਦਾ ਵੇਲਾ ਹੈ। ਇੱਕ ਪੈਂਦੇ ਖਾਂ ਸਿੱਖ ਇਤਿਹਾਸ ਦੇ ਅੰਦਰ ਇਹ ਹੈ ਜਿਹੜਾ 6ਵੇਂ ਪਾਤਸ਼ਾਹ ਦੇ ਵੇਲੇ ਹੋਇਆ। ਦੂਜਾ ਪੈਂਦੇ ਖਾਂ ਜਿਹਦਾ ਸਿੱਖ ਇਤਿਹਾਸ ਦੇ ਅੰਦਰ ਹਵਾਲਾ ਆਉਂਦਾ ਹੈ ਜਦੋਂ ਆਨੰਦਪੁਰ ਦੇ ਪਹਾੜੀ ਰਾਜੇ ਜੋ ਸਨ ਉਹ ਗੁਰੂ ਘਰ ਦੇ ਵਿਰੋਧੀ ਹੋ ਗਏ ਅਤੇ ਉਹਨਾਂ ਨੇ ਜੋ ਸੀ ਗੁਰੂ 6ਵੇਂ ਪਾਤਸ਼ਾਹ ਦੇ ਨਾਲ ਜੋ ਸੀ ਯੁੱਧ ਕਰਨੇ ਸ਼ੁਰੂ ਕੀਤੇ। ਫਿਰ ਉਹਨਾਂ ਨੇ ਮੁਗਲਾਂ ਦੇ ਨਾਲ ਆਪਣੀ ਸਾਂਠ-ਗਾਂਠ ਕਰ ਲਈ ਅਤੇ ਆਖਰ ਜਦੋਂ ਔਰੰਗਜ਼ੇਬ ਨੇ ਸਰਹੰਦ ਦੇ ਨਵਾਬ ਨੂੰ ਆਨੰਦਪੁਰ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਇਜਾਜ਼ਤ ਦੇ ਦਿੱਤੀ ਤਾਂ ਉਸ ਵੇਲੇ ਉਸਮਾਨ ਖਾਨ ਅਤੇ ਪੈਂਦੇ ਖਾਨ ਤੇ ਦੀਨਾ ਬੇਗ ਦੋ ਜਰਨੈਲਾਂ ਦੀ ਅਗਵਾਈ ਵਿੱਚ ਉਸ ਵੇਲੇ ਜੋ ਸੀ ਉਸ ਸਰਹੰਦ ਦੇ ਨਵਾਬ ਨੇ ਫੌਜ ਜੋ ਸੀ ਉਹ ਆਨੰਦਪੁਰ ਸਾਹਿਬ ਤੇ ਚੜ੍ਹਾਈ ਕਰਨ ਲਈ ਭੇਜੀ। ਇਸ ਦੇ ਵਿੱਚ ਉਸ ਵੇਲੇ ਕੈਲੂਰ, ਜਸਵਾਲ, ਸਰਮੋਰ ਪਹਾੜੀ ਰਿਆਸਤਾਂ ਦੇ ਜਿਹੜੇ ਪਹਾੜੀ ਰਾਜੇ ਸਨ, ਹਿੰਦੂ ਰਾਜੇ, ਜਿਨ੍ਹਾਂ ਦੇ ਵਾਸਤੇ ਕੁਝ ਚਿਰ ਪਹਿਲਾਂ ਸਤਿਗੁਰੂ ਪਾਤਸ਼ਾਹ ਦੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਹੋਈ ਸੀ, ਉਸ ਪਹਾੜੀ ਰਾਜੇ ਵੀ ਨਾਲ ਸ਼ਾਮਲ ਹੋ ਗਏ ਅਤੇ ਫਿਰ ਆਨੰਦਪੁਰ ਸਾਹਿਬ ਦੀ ਉਸ ਪਾਵਨ ਧਰਤੀ ਦੇ ਉੱਤੇ ਜਿਸ ਨੂੰ ਅਸੀਂ ਆਨੰਦਪੁਰ ਸਾਹਿਬ ਦੀ ਪਹਿਲੀ ਜੰਗ ਕਹਿੰਦੇ ਜੋ 1704 ਜਨਵਰੀ ਦੇ ਅੰਦਰ ਹੋਈ ਹੈ, ਉਸ ਦੇ ਵਿੱਚ ਇਹ ਜੋ ਸੀ ਪੈਂਦੇ ਖਾਂ ਜਿਹੜਾ ਆਪਣੇ ਨਾਲ ਦੀਨਾ ਬੇਗ ਤੇ ਪੈਂਦੇ ਖਾਂ ਦੋਵੇਂ ਜਰਨੈਲ ਆ ਕੇ ਪਹੁੰਚੇ ਨੇ ਤੇ ਬੜਾ ਘਮਸਾਨ ਦਾ ਯੁੱਧ ਜੋ ਹੈ ਉੱਥੇ ਹੋਇਆ। ਸਤਿਗੁਰੂ ਪਾਤਸ਼ਾਹ ਨੇ ਪੰਜ ਸਿੰਘਾਂ ਦੀ ਅਗਵਾਈ ਵਿੱਚ ਤੇ ਭਾਈ ਉਦੈ ਸਿੰਘ, ਭਾਈ ਆਲਾ ਸਿੰਘ ਜੀ ਦੀ ਅਗਵਾਈ ਵਿੱਚ ਜੋ ਸੀ ਆਪਣੇ ਗੁਰੂ ਕੇ ਸਿੱਖਾਂ ਨੂੰ ਇਸ ਜੰਗ ਦੇ ਅੰਦਰ ਉਤਾਰਿਆ ਸੀ, ਇਸ ਮੈਦਾਨੀ ਜੰਗ ਦੇ ਅੰਦਰ ਉਤਾਰਿਆ ਸੀ। ਤੇ ਉਸ ਵੇਲੇ ਗੁਰੂ ਕੇ ਸਿੱਖਾਂ ਦੇ ਅੰਦਰ ਬਹੁਤ ਵੱਡਾ ਚਾਅ ਸੀ ਕਿਉਂਕਿ ਅਨੰਦਪੁਰ ਦੀ ਧਰਤੀ ਦੇ ਉੱਤੇ ਜਦੋਂ 10,000 ਫੌਜ ਲੈ ਕੇ ਇਹ ਦੋਵੇਂ ਪੈਂਦੇ ਖਾਂ ਤੇ ਦੀਨਾ ਬੇਗ ਪਹੁੰਚੇ ਨੇ ਤਾਂ ਉਸ ਵੇਲੇ ਸਤਿਗੁਰੂ ਪਾਤਸ਼ਾਹ ਦੇ ਗੁਰੂ ਕੇ ਸਿੰਘ ਜੋ ਸਨ ਉਹ ਵੀ ਧਰਮ ਯੁੱਧ ਦੇ ਵਿੱਚ ਜੁਝਣ ਦੇ ਚਾਅ ਦੇ ਨਾਲ ਆ ਕੇ ਪਹੁੰਚੇ ਹਨ ਤੇ ਇਤਿਹਾਸਕਾਰ ਲਿਖਦੇ ਨੇ ਬੜਾ ਘਮਸਾਨ ਦਾ ਉੱਥੇ ਯੁੱਧ ਹੋਇਆ। ਪੈਂਦੇ ਖਾਂ ਨੇ ਸਾਹਮਣੇ ਆ ਕੇ ਸਤਿਗੁਰੂ ਪਾਤਸ਼ਾਹ ਨੂੰ ਲਲਕਾਰਿਆ, ਸਤਿਗੁਰੂ ਪਾਤਸ਼ਾਹ ਨੇ ਉਸਨੂੰ ਮੌਕਾ ਦਿੱਤਾ ਵਾਰ ਕਰਨ ਦਾ, 2 ਵਾਰ ਉਸਨੇ ਤੀਰ ਦੇ ਸਤਿਗੁਰੂ ਪਾਤਸ਼ਾਹ ਤੇ ਕੀਤੇ ਅਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਨਿਸ਼ਾਨਾ ਲਾ ਕੇ ਤੀਰ ਚਲਾਇਆ ਤੇ ਇਹਦੇ ਕੰਨ ਦੇ ਵਿੱਚੋਂ ਦੀ ਹੁੰਦਾ ਇਹਦੇ ਸਿਰ ਨੂੰ ਪਾੜ ਕੇ ਤੀਰ ਨਿਕਲ ਗਿਆ, ਜਿਹਦੇ ਨਾਲ ਪੈਂਦੇ ਖਾਂ ਧਰਤੀ ਦੇ ਉੱਤੇ ਡਿੱਗ ਗਿਆ। ਮੁਗਲ ਤੇ ਪਹਾੜੀ ਫੌਜਾਂ ਦੇ ਵਿੱਚ ਜੋ ਸੀ ਉਸ ਵੇਲੇ ਇੱਕ ਭਗਦੜ ਜਿਹੀ ਮਚ ਗਈ। ਦੀਨਾ ਬੇਗ ਨੇ ਥੋੜੀ ਦੇਰ ਜੋ ਸੀ ਰੋਕਣ ਦੀ ਕੋਸ਼ਿਸ਼ ਕੀਤਾ, ਲੜਨ ਦੀ ਕੋਸ਼ਿਸ਼ ਕੀਤੀ, ਫੌਜਾਂ ਗੁਰੂ ਕੀਆਂ ਫੌਜਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਵੀ ਕਾਮਯਾਬ ਨਾ ਹੋ ਸਕਿਆ, ਜ਼ਖਮੀ ਹੋਇਆ ਤੇ ਇਹ ਜੋ ਸੀ ਜੰਗ ਜੋ ਸੀ ਉਹ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਈ, ਜਿਹਦੇ ਵਿੱਚ ਇਹ ਦੂਜਾ ਪੈਂਦੇ ਖਾਨ ਜੋ ਸੀ ਮਾਰਿਆ ਗਿਆ। ਇਹਦੀਆਂ ਗਵਾਹੀਆਂ ਜੋ ਨੇ ਸਾਨੂੰ ਤਕਰੀਬਨ ਹਰ ਇਤਿਹਾਸਕਾਰ ਤੋਂ ਲੱਭਦੀਆਂ ਨੇ, ਜਿਸ ਤਰ੍ਹਾਂ ਸੁਖਪਾਲ ਵੀਰ ਹਸਰਤ ਦੀ ਹੱਥ ਲਿਖਤ ਕਿਤਾਬ ਹੈ ਜੋ ਉਹਨਾਂ ਦੀ ਲਿਖਤ ਹੈ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਜੀ, ਉਹਦੇ ਅੰਦਰ ਵੀ ਇਸ ਦਾ ਹਵਾਲਾ ਹੈ। ਉਸ ਤੋਂ ਬਾਅਦ ਜੋ ਅਵਤਾਰ ਸਿੰਘ ਜੀ ਆਜ਼ਾਦ ਨੇ ਮਰਦ ਗੰਬੜਾ, ਉਹਦੇ ਅੰਦਰ ਵੀ ਹਵਾਲਾ ਹੈ ਤੇ ਇੰਦਰਜੀਤ ਸਿੰਘ ਜੀ ਤੁਲਸੀ ਉਹਨਾਂ ਨੇ ਬਾਦਸ਼ਾਹ ਦਰਵੇਸ਼ ਦੇ ਅੰਦਰ ਤਾਂ ਕਮਾਲ ਕਰਕੇ ਕਾਵ ਰਚਨਾ ਵਿੱਚ ਇਸ ਯੁੱਧ ਦਾ ਹਵਾਲਾ ਦਿੰਦੇ ਹੋਏ ਗੱਲ ਕਹੀ ਹੈ ਕਿ ਭਾਈ ਉਸ ਵੇਲੇ ਦੋਵੇਂ ਫੌਜਾਂ ਗੁਰੂ ਕੇ ਸਿੰਘ ਜੋ ਉਸ ਵੇਲੇ ਗੁਰੂ ਪੰਥ ਵਾਸਤੇ ਧਰਮ ਦੇ ਵਾਸਤੇ ਜੂਝਣ ਦਾ ਚਾਅ ਰੱਖਦੇ ਹੋਏ ਜੂਝਣ ਵਾਸਤੇ ਆਏ ਸਨ, ਦੂਜੇ ਪਾਸੇ ਉਹ ਲੋਕੀ ਸਨ ਜਿਹੜੇ ਤਨਖਾਹ ਦੇ ਉੱਤੇ ਲੜਨ ਵਾਲੇ ਸਨ। ਤਾਂ ਕਹਿੰਦਾ ਦੋਵਾਂ ਫੌਜਾਂ ਦੇ ਵਿੱਚ ਕਮਾਲ ਦਾ ਜੋ ਘਮਸਾਨ ਹੋ ਰਿਹਾ ਸੀ ਤੇ ਉਹ ਲਿਖਦੇ ਨੇ ਇੱਕਦਮ ਦੋਵਾਂ ਛੀਣੀਆਂ ਇੱਕ ਧੂੜ ਧਮਾਈ ਆ ਲੜੀਆਂ ਬਸ ਪਾਸਨ ਨਾਗਣਾ ਦੋ ਫਨ ਉਠਾਈ ਇਉਂ ਕਦੀ ਕਦੀ ਸਾ ਲੈਂਦੀਆਂ ਕਰ ਟਾਲ ਮਟੋਲਾ ਜਿਉਂ ਕੋਲ ਕੇ ਦੋ ਘੁੱਗੀਆਂ ਕਦੀ ਕਰਨ ਕਲੋਲਾ।
ਕਹਿੰਦਾ ਕਿ ਕਮਾਲ ਦਾ ਯੁੱਧ ਸੀ, ਲੇਕਿਨ ਪੈਂਦੇ ਖਾਂ ਸਤਿਗੁਰੂ ਪਾਤਸ਼ਾਹ ਦੇ ਹੱਥੋਂ ਮਾਰਿਆ ਗਿਆ। ਸੋ ਇਹ ਦੋ ਪੈਂਦੇ ਖਾਂ ਸਿੱਖ ਇਤਿਹਾਸ ਵਿੱਚ ਨੇ। ਅਗਰ ਕਿਸੇ ਦੇ ਕੋਲ ਕਿਸੇ ਹੋਰ ਸਰੋਤ ਤੋਂ ਕੋਈ ਹੈ ਤਾਂ ਹਾਲਾਂਕਿ ਤਾਂ ਸਾਨੂੰ ਤਾਂ ਲੱਭਾ ਨਹੀਂ, ਲੇਕਿਨ ਜੇ ਕਿਤੇ ਕਿਸੇ ਕੋਲ ਹੈ ਤੇ ਸਾਡੇ ਗਿਆਨ ਦੇ ਵਾਧੇ ਵਾਸਤੇ ਉਹ ਜ਼ਰੂਰ ਉਸ ਦਾ ਜੋ ਉਲੇਖ ਕਰ ਸਕਦੇ ਨੇ। ਕਿਉਂ ਕਿ ਜਦੋਂ ਵੀ ਸਵਾਲ ਆਉਂਦਾ ਹੈ ਇਹਦਾ ਮਤਲਬ ਹੁੰਦਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਕੋਲ ਕੋਈ ਸਰੋਤ ਹੋ ਸਕਦਾ ਹੈ, ਜਾਂ ਤਾਂ ਉਹ ਉਹਨਾਂ ਨੇ ਇੱਕ ਹੀ ਸੁਣਿਆ ਹੋਵੇ ਤੇ ਦੂਜੇ ਦੇ ਬਾਰੇ ਚ ਕਿਤੇ ਸ਼ੰਕਾ ਹੈ ਤੇ ਪੁੱਛ ਰਹੇ ਨੇ, ਜਾਂ ਕਿਤੇ ਕਿਸੇ ਹੋਰ ਨੂੰ ਕੋਈ ਹੋਰ ਸਰੋਤ ਤੋਂ ਕੋਈ ਅਗਰ ਕਿਸੇ ਹਵਾਲੇ ਤੋਂ ਕੁਝ ਲੱਭਦਾ ਤੇ ਜ਼ਰੂਰ ਉਹ ਆਪਣਾ ਜੋ ਹੈ ਸਾਨੂੰ ਦੇਣਗੇ, ਜੋ ਹੈ ਉਹਨਾਂ ਦੀ ਲਿਖਤ, ਉਹਨਾਂ ਦੀ ਖੋਜ, ਜਾਂ ਜਿੱਥੋਂ ਕਿਸੇ ਨੇ ਕੁਝ ਪੜ੍ਹਿਆ ਅਗਰ ਹੈ ਤਾਂ ਉਹ ਸਾਡੇ ਗਿਆਨ ਵਿੱਚ ਵਾਧਾ ਕਰ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਪੈਂਦੇ ਖਾਨ ਹੋਏ ਨੇ। ਅਗਰ ਕਿਸੇ ਵੀਰ ਕੋਲ ਹੋਰ ਇਨਫੋਰਮੇਸ਼ਨ ਹੈ ਤਾਂ ਗਰੁੱਪ ਚੈਟ ਤੇ ਜਾਂ ਵੈਸੇ ਸਾਨੂੰ ਗਰੁੱਪ ਵਿੱਚ ਲਿਖ ਸਕਦੇ ਨੇ। ਧੰਨਵਾਦ ਵੀਰ ਜੀ ਦਾ। ਔਰ ਸਾਧ ਸੰਗਤ, ਕਿਸੇ ਵੀ ਕੌਮ ਦਾ ਜਿਹੜਾ ਇਤਿਹਾਸ ਹੈ ਉਹਦਾ ਫਿਊਚਰ ਬਣਾਉਂਦਾ ਹੈ। ਸਾਨੂੰ ਲੋੜ ਹੈ ਆਪਣੇ ਇਤਿਹਾਸ ਨੂੰ ਪੜ੍ਹਨ ਦੀ ਔਰ ਸਾਂਭਣ ਦੀ। ਜਿਸ ਤਰ੍ਹਾਂ ਪਹਿਲੇ ਬੇਨਤੀ ਕੀਤੀ ਹੈ ਕਿ ਇਤਿਹਾਸ ਵਿੱਚ ਰਲਗੱਡ ਵੀ ਹੈ, ਤੇ ਸਾਨੂੰ ਇੱਕ ਬੜੀ ਹੰਸ ਬਿਰਤੀ ਦੇ ਨਾਲ ਉਸ ਇਤਿਹਾਸ ਨੂੰ ਪੜ੍ਹਨਾ ਔਰ ਸਮਝਣਾ ਔਰ ਸਾਂਭਣਾ ਚਾਹੀਦਾ। ਧੰਨਵਾਦ ਵੀਰ ਜੀ। ਇੱਕ ਵਾਰ ਫਿਰ ਦੁਬਾਰਾ ਤੁਹਾਡਾ। ਸਮਾਂ ਬੜਾ ਥੋੜਾ ਰਹਿ ਗਿਆ, ਮੈਂ ਅਗਲੇ ਸਵਾਲ ਵੱਲ ਚੱਲਦਾ। ਅਗਲਾ ਸਵਾਲ ਜਿਹੜਾ ਹੈ ਉਹ ਗੁਰਬਾਣੀ ਦੇ ਵਿੱਚੋਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ 284 ਸੁਖਮਨੀ ਸਾਹਿਬ ਦੀ ਤੁਕ ਹੈ ਕਿ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ। ਇਹ ਸਵਾਲ ਆਇਆ ਅਵਤਾਰ ਸਿੰਘ ਜੀ ਵੱਲੋਂ, ਬੀੜ ਸਾਹਿਬ ਸਰਕਲ ਤੋਂ ਮੈਂ ਬੇਨਤੀ ਕਰ ਰਿਹਾ ਕਿਉਂਕਿ ਸਮਾਂ ਬੜਾ ਥੋੜਾ ਰਹਿ ਗਿਆ, ਤੇ ਪ੍ਰਿੰਸੀਪਲ ਸੁੰਦਰ ਸਿੰਘ ਜੀ ਨੂੰ ਕਿ ਕਿਰਪਾ ਕਰਕੇ ਉਹ ਸਾਨੂੰ ਇਹਦੇ ਬਾਰੇ ਥੋੜਾ ਚਾਨਣਾ ਪਾਉਣ ਕਿ ਇਹਨਾਂ ਦਾ ਲਿਖਿਆ ਕਿ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਵੇਦਾਂ ਤੇ ਪੁਰਾਣਾਂ ਨੂੰ ਨਾਮ ਦਾ ਆਸਰਾ ਕਿਵੇਂ ਹੋ ਸਕਦਾ, ਇਹ ਉਹਨਾਂ ਦਾ ਸਵਾਲ ਹੈ। ਪ੍ਰਿੰਸੀਪਲ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਗਈ ਜੀ? ਹਾਂਜੀ ਹਾਂਜੀ ਜੀ। ਬੇਨਤੀ ਇਹ ਹੈ, ਜਿਸ ਤਰ੍ਹਾਂ ਆਪ ਜੀ ਨੇ ਦੱਸ ਹੀ ਦਿੱਤਾ ਹੈ ਕਿ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ 16ਵੀਂ ਅਸ਼ਟਪਦੀ ਦੇ 5ਵੇਂ ਪਦੇ ਦੀ ਇਹ ਤੀਜੀ ਤੁਕ ਹੈ। ਪਰ ਜਿਸ ਤਰ੍ਹਾਂ ਸਾਰੇ ਮਿਸ਼ਨਰੀ ਵੀਰ ਵਿਦਵਾਨ ਇਕੱਠੇ ਹੋਏ ਨੇ, ਸਾਰੇ ਜਾਣਦੇ ਨੇ ਇੱਕ ਇੱਕ ਤੁਕ ਦਾ ਅਰਥ ਲੈ ਕੇ ਕਿਸੇ ਸਿੱਟੇ ਤੇ ਨਹੀਂ ਪਹੁੰਚਿਆ ਜਾ ਸਕਦਾ। ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਅਪਾਰ ਬਖਸ਼ੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲਗਭਗ ਹਰ ਸ਼ਬਦ ਵਿੱਚ ਰਾਉ ਦਾ ਬੰਦ ਦੇ ਕੇ ਸਾਰੇ ਸ਼ਬਦ ਦੀ ਵਿਚਾਰਧਾਰਾ ਨੂੰ ਉਸਦੇ ਆਲੇ ਦੁਆਲੇ ਸੈੱਟ ਕੀਤਾ ਹੁੰਦਾ ਹੈ। ਤੇ ਉਸੇ ਤਰ੍ਹਾਂ ਹੀ ਲੰਬੀਆਂ ਬਾਣੀਆਂ ਵਿੱਚ ਵੀ ਰਾਉ ਦੀਆਂ ਤੁਕਾਂ ਸਤਿਗੁਰੂ ਜੀ ਨੇ ਆਪ ਵਰਤ ਦਿੱਤੀਆਂ ਨੇ। ਜਿਵੇਂ ਸਿੱਧ ਗੋਸ਼ਟ ਵਿੱਚ ਕਿਹਾ ਪਵੀਏ ਸਤ ਸੂਚਾ ਹੋਏ, ਸਾਜ ਸ਼ਬਦ ਬਿਨ ਮੁਕਤ ਨਾ ਹੋਏ। ਇਹ ਲੰਬੀ ਬਾਣੀ ਵਿੱਚ ਵੀ ਰਾਉ ਦੀ ਤੁਕ ਦਿੱਤੀ ਗਈ। ਓਂਕਾਰ ਬਾਣੀ ਵਿੱਚ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਕੋ ਪਾਲਾ। ਇਹ ਰਾਉ ਦੀ ਤੁਕ ਹੈ। ਆਸਾ ਕੀ ਵਾਰ ਵਿੱਚ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤਰ ਜਾਈ ਲਖਿਆ। ਇਹ ਰਾਉ ਦੀ ਤੁਕ ਦੇ ਕੇ ਸਾਰੀ ਵਿਚਾਰਧਾਰਾ ਉਸ ਦੇ ਦੁਆਲੇ ਘੁੰਮਦੀ। ਇਸੇ ਤਰ੍ਹਾਂ ਸੁਖਮਨੀ ਸਾਹਿਬ ਵਿੱਚ ਵੀ ਸ਼ੁਰੂ ਵਿੱਚ ਹੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕਾ ਵਿਸਰਾਮ। ਸੋ ਸਾਰੀ ਬਾਣੀ ਦੀ ਵਿਚਾਰਧਾਰਾ ਨੂੰ, ਰਾਉ ਦੀਆਂ ਤੁਕਾਂ ਨੂੰ ਮੁੱਖ ਰੱਖ ਕੇ ਹੀ ਕਿਸੇ ਵੀ ਸ਼ਬਦ ਬਾਰੇ, ਕਿਸੇ ਵੀ ਤੁਕ ਬਾਰੇ ਸਾਨੂੰ ਨਿਰਣਾ ਉਹਦੀ ਕਸਵੱਟੀ ਤੇ ਲਾ ਕੇ ਹੀ ਕਰਨਾ ਪੈਂਦਾ ਹੈ। ਸੋ ਇਸ ਪੂਰੀ ਬਾਣੀ ਵਿੱਚ ਜੋ ਵਿਸ਼ਾ ਦਿੱਤਾ ਗਿਆ ਹੈ ਉਹ ਮੈਂ ਸਮਝਦਾ ਹਾਂ ਕਿ ਨਾਮ ਸਿਮਰਨ ਦੁਆਰਾ ਆਤਮਿਕ ਅਡੋਲਤਾ ਵਾਲੀ ਅਵਸਥਾ ਦੇ ਵੱਖ-ਵੱਖ ਨਾਮ, ਜਿਵੇਂ ਆਤਮਿਕ ਅਡੋਲਤਾ, ਸਦੀਵੀ ਆਨੰਦ, ਚੌਥੇ ਪਦ, ਅਵਸਥਾ ਜਾਂ ਸੱਚਖੰਡੀ ਅਵਸਥਾ ਵਿੱਚ ਪੁੱਜੇ ਹੋਏ ਮਨੁੱਖ ਨੂੰ ਸਭ ਪਾਸੇ ਉਹ ਵਾਹਿਗੁਰੂ ਦੀ ਰਚਨਾ ਤੇ ਵਾਹਿਗੁਰੂ ਦੀ ਵਿਆਪਕਤਾ, ਸਰਵ ਵਿਆਪਕਤਾ ਵੀ ਨਜ਼ਰ ਆਉਂਦੀ ਹੈ। ਤੇ ਸਰਵ ਸ੍ਰਿਸ਼ਟੀ ਤੇ ਕਾਇਨਾਤ ਦਾ ਕਰਤਾ ਉਹ ਵਾਹਿਗੁਰੂ ਹੀ ਮਹਿਸੂਸ ਹੁੰਦਾ ਹੈ। ਸੋ ਇਸ ਸ਼ਬਦ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ 3 ਸ਼ਬਦ ਜਿਹੜੇ ਨੇ ਉਹ ਨਾਮ ਲਫ਼ਜ਼, ਸ਼ਬਦ ਤੇ ਹੁਕਮ, ਇਹ ਸਮਰਥਕ ਲਫ਼ਜ਼ ਹਨ। ਸੋ ਪ੍ਰਭੂ ਦੀ ਰਚਨਾ ਜਾਂ ਕਾਇਨਾਤ ਜਾਂ ਸ੍ਰਿਸ਼ਟੀ ਦੀ ਰਚਨਾ ਬਾਰੇ ਲਗਭਗ 3 ਸ਼ਬਦਾਂ ਦੀ ਹੀ ਵਰਤੋਂ ਕੀਤੀ ਗਈ ਹੈ। ਨਾਮ ਕੀ ਹੈ? ਗੁਰੂ ਨਾਨਕ ਪਾਤਸ਼ਾਹ ਨੇ ਪਰਿਭਾਸ਼ਾ ਦਿੱਤੀ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ ਬੁਝਾਏ ਜੀਓ। ਤੇ ਹੁਕਮੀ ਹੋਵਨ ਆਕਾਰ, ਉਹਦੇ ਹੁਕਮ ਤੇ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ। ਹੁਕਮੀ ਹੋਵਨ ਆਕਾਰ, ਇਹ ਗੱਲ ਸਪਸ਼ਟ ਜਪਜੀ ਸਾਹਿਬ ਵਿੱਚ ਲਿਖ ਦਿੱਤੀ। ਜਾਂ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਕਹਿਣ ਦਾ ਮਤਲਬ
ਕਿ ਵਾਹਿਗੁਰੂ ਦੀ ਰਚਨਾ ਨੂੰ ਦੇਖ ਕੇ, ਉਹਦੀ ਸਰਵ ਵਿਆਪਕਤਾ ਨੂੰ ਦੇਖ ਕੇ ਅਸੀਂ ਉਸ ਅਵਸਥਾ ਦੇ ਮਾਲਕ ਬਣ ਸਕਦੇ ਹਾਂ ਜਿਹਦੇ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਰਹਾਉ ਦੀਆਂ ਤੁਕਾਂ ਦੇ ਵਿੱਚ ਮਨ ਵਿਸ਼ਰਾਮ ਜਾਂ ਆਤਮਿਕ ਅਡੋਲਤਾ ਵਾਲੇ ਦੀ ਅਵਸਥਾ ਬਿਆਨ ਕੀਤੀ। ਇਹ ਉਹਨੂੰ ਸਮਝਣ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਪ੍ਰਵਾਨਿਤ ਬਾਣੀ ਦੇ ਵਿੱਚੋਂ ਮੈਂ ਇਹ ਸ਼ਬਦ ਬੋਲ ਦੇਣਾ ਚਾਹੁੰਦਾ ਹਾਂ ਕਿ ਕਉ ਭਇਓ ਮੁੰਡਿਆ ਸੰਨਿਆਸੀ, ਕਉ ਜੋਗੀ ਭਇਓ, ਕਉ ब्रह्मचारी, को जति अनमानवो, हिंदू तुर्क को राफ जी इमाम साफी, मानस की जात सबे एक पहचानवो, करता करीम को सोई, राज करीम होई, दूसरो न भेद कोई भूल भ्रम मानवो, एक ही की सेव सब ही को गुरुदेव एक ही स्वरूप सबे एक के जोत जानवो। ये है आत्मिक अवस्था या आत्मिक अडोलता वाली अवस्था। सो जदों असीं सुखमनी साहिब दीआं तुकां दा ਸ਼ਲੋਕ ਨੂੰ ਪੜ੍ਹਦੇ ਆ ਤਾਂ ਉੱਥੇ ਵੀ ਸੱਚੇ ਪਾਤਸ਼ਾਹ ਨੇ ਕਿਹਾ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਇੱਕ ਪ੍ਰਭੂ ਕਿਰਪਾ ਨਾਲ ਹੀ ਮਨ ਵਿਸ਼ਰਾਮ ਵਾਲੀ ਅਵਸਥਾ ਵਿੱਚ ਪਹੁੰਚਿਆ ਜਾ ਸਕਦਾ। ਇੱਥੇ ਨਿਰਣਾ ਸਿਮਰਤ ਵੇਦਾਂ ਪੁਰਾਣਾਂ ਦਾ ਨਿਰਣਾ ਨਹੀਂ ਕੀਤਾ ਗਿਆ, ਸਗੋਂ ਵਾਹਿਗੁਰੂ ਦੇ ਹੁਕਮ ਜਾਂ ਰਚਨਾ ਵਿੱਚ ਵਾਹਿਗੁਰੂ ਦੇ ਹੁਕਮ ਜਾਂ ਰਚਨਾ ਦੀ ਵਿਆਖਿਆ ਹੀ ਕੀਤੀ ਗਈ ਹੈ। ਸੋ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, नाम के तारे सिमृत वेद पुराण, नाम के तारे सुनन ज्ञान ध्यान। और अंतलिया तुकां विच जाके सच्चे पातशाह ने फिर ये गल कहती, कर कृपा जिस अपने नाम लाए, नानक चौथे पद में सो जन कर पाए। भाव सारी उहदी साजी हुई सृष्टि दे विचों जदों बंदा सब पासे परमात्मा वाहिगुरू दी सर्व व्यापकता देखदा है तां समझो ਉਹ ਉਸ ਅਵਸਥਾ ਤੇ ਪਹੁੰਚ ਗਿਆ ਹੈ ਜਿੱਥੇ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਪਹੁੰਚਾਉਣਾ ਚਾਹੁੰਦੀ ਹੈ। ਤੇ ਸੁਖਮਨੀ ਸਾਹਿਬ ਦੀਆਂ ਰਹਾਉ ਦੀਆਂ ਤੁਕਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸ਼ਰਾਮ, ਇਹਨਾਂ ਤੁਕਾਂ ਦੇ ਨਾਲ ਜਦੋਂ ਅਸੀਂ ਟੈਲੀ ਕਰਦੇ ਹਾਂ ਤਾਂ ਉਹ ਇੱਕ ਤੁਕ ਦਾ ਨਿਰਣਾ ਨਹੀਂ, ਇੱਥੇ ਤਾਂ ਮਨ ਵਿਸ਼ਰਾਮ ਵਾਲੀ ਅਵਸਥਾ ਦੇ ਵਿਆਖਿਆ ਕੀਤੀ ਗਈ ਹੈ। ਸੋ ਮੇਰੇ ਸਮਝ ਮੁਤਾਬਕ ਜੋ ਆਇਆ ਮੈਂ ਆਪ ਜੀ ਨਾਲ ਸਾਂਝਾ ਕਰ ਲਿਆ ਹੈ ਤੇ ਇਹਦੇ ਵਿੱਚ ਕੋਈ ਉਕਾਈ ਰਹਿ ਗਿਆ ਹੋਵੇ ਤੇ ਮੇਰੀ ਭੁੱਲ ਨੂੰ ਸੁਧਾਰਨ ਦੀ ਜੇ ਬਾਕੀ ਵੀਰ ਉਦਮ ਕਰਨਗੇ, ਮੇਰੀ ਗਲਤੀ ਨੂੰ ਸੁਧਾਰਨ ਲਈ ਮੈਂ ਧੰਨਵਾਦੀ ਹੋਵਾਂਗਾ ਜੀ। ਸੋ ਉੱਚੀ ਆਤਮਿਕ ਅਵਸਥਾ, ਆਤਮਿਕ ਅਡੋਲਤਾ ਵਾਲੀ ਅਵਸਥਾ ਦਾ ਜ਼ਿਕਰ ਕਰਕੇ ਸਾਰੀ ਸੁਖਮਨੀ ਸਾਹਿਬ ਦੀ ਬਾਣੀ ਰਹਾਉ ਦੀਆਂ ਤੁਕਾਂ ਦੁਆਲੇ ਘੁੰਮਦੀ ਹੈ ਕਿ ਕੇਵਲ ਇੱਕ ਤੁਕ ਦਾ ਨਿਰਣਾ ਨਹੀਂ, ਜੋ ਨਿਰਣਾ ਦਿੱਤਾ ਗਿਆ ਉਹ ਬਾਕੀ ਸ਼ਬਦਾਂ ਵਿੱਚ ਵੇਦਾਂ ਸਿਮਰਤਾਂ ਪੁਰਾਣਾ ਅਨਮਤੀ ਗ੍ਰੰਥਾਂ ਦਾ ਵੇਦ ਪੁਰਾਣ ਸਭ ਦੇਖੇ ਜੋਏ ਉਹਾਂ ਤਾਉ ਜਾਈਏ, ਜੋ ਇਹਾਂ ਨਾ ਹੋਏ ਉੱਥੇ ਉਹੀ ਕਾਨੂੰਨ ਉਹੀ ਹੁਕਮ ਲਾਗੂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਪ੍ਰਿੰਸੀਪਲ ਸਾਹਿਬ ਨੇ ਵਿਸਥਾਰ ਸਾਹਿਬ ਦੱਸਿਆ ਔਰ ਮੈਂ ਆਸ ਕਰਦਾ ਸਰਦਾਰ ਸਿੰਘ ਜੀ ਆਪ ਜੀ ਨੇ ਸੁਣ ਲਿਆ। ਫਿਰ ਵੀ ਕੋਈ ਗੱਲ ਹੋਏ ਤਾਂ ਕਿਰਪਾ ਕਰਕੇ ਆਪਾਂ ਵਿਚਾਰ ਸਾਂਝੀ ਕਰ ਸਕਦੇ। ਤੋ ਸਮਾਂ ਹੋ ਗਿਆ ਤੋ ਮੈਂ ਜਿੱਥੇ ਸਾਰੇ ਪੈਨਲ ਦੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ, ਉੱਥੇ ਸੰਗਤ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਜੁੜ ਕੇ ਇਹ ਸਵਾਲ ਜਵਾਬ ਸੈਸ਼ਨ ਜਿਹੜਾ ਹੈ ਉਹਦਾ ਆਨੰਦ ਮਾਣਿਆ। ਮੈਂ ਇੱਕ ਬੇਨਤੀ ਕਰਾਂ ਕਿ ਅੱਜ ਔਰ ਪਿਛਲੇ 2-4 ਦਿਨ ਵਿੱਚ ਕੁਝ ਵੀਰ ਭੈਣਾਂ ਨਵੇਂ ਸੰਗਤ 'ਚ ਰਲੇ ਨੇ, ਤੋ ਮੇਰੀ ਬੇਨਤੀ ਹੈ ਵੀ ਜਿਸ ਵੇਲੇ ਕੋਈ ਨਵਾਂ ਵੀਰ ਭੈਣ ਰਲਦਾ ਉਹ ਜੇ ਕਿਰਪਾ ਕਰਕੇ ਆਪਣੀ ਫਤਿਹ ਸਾਂਝੀ ਕਰਕੇ ਇੰਟਰੋਡਕਸ਼ਨ ਦੇ ਦੇਣ, ਕਿਉਂਕਿ ਇੱਕ ਪਰਿਵਾਰ ਹੈ ਤੇ ਉਹਦੇ ਨਾਲ ਨੇੜਤਾ ਜ਼ਿਆਦਾ ਬਣਦੀ ਹੈ। ਤੋ ਅੱਜ ਵੀ ਮੈਂ ਦੇਖ ਰਿਹਾ 1-2 ਸੱਜਣ ਨਵੇਂ ਵੀਰ ਭੈਣ ਰਲੇ ਨੇ, ਪਿਛਲੇ 2-4 ਦਿਨਾਂ 'ਚ ਰਲੇ ਨੇ, ਤੇ ਉਹਨਾਂ ਨੂੰ ਬੇਨਤੀ ਹੈ ਬਈ ਕਿਰਪਾ ਕਰਕੇ ਉਹ ਅਗਰ ਸਾਹਮਣੇ ਆਉਣ ਆਪਣੇ ਆਪ ਨੂੰ ਅਨਮਿਊਟ ਕਰ ਲਓ ਔਰ ਸੰਗਤ ਦੇ ਸਾਹਮਣੇ ਹੋ ਕੇ ਫਤਿਹ ਸਾਂਝੀ ਕਰ ਲਓ।